कृष्ण मनाओ। तेग बहादुर परम वाहिगुरु परम श्री गुरु गोबिंद सिंह तरों तरा पर पुन पुन सीसा जी पुन पुन सीसा बंदों बार बार जगदीसा। कंकर सतगुरु तेह प्रसाद सच होए। वाहिगुरु जी की फतेह है बेगन विनाशन सोए। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। गुरु ग्रंथ साहिब उदद बंदों कर अनुराग। सतनाम श्री वाहिगुरु साहिब जीओ। दोहरा सर्ब शिरोमण खालसा रचियो पंथ सुखदाई। इक बिन गंदो तुम ते जग में अधिक सुहाई। वाहिगुरु जी का खालसा वाहिगुरु जी की फतेह। तू सुल्तान कहा हो मियाँ तेरी कवन बढ़ाई। जो तू देहे सो कहा स्वामी मैं मूर्ख कहन न जाई। तेरे गुण गावा देह बुझाई जैसे सच में रहूं रजाई। दसां पातशाहियां दी आत्मक जागदी जोत श्री गुरु ग्रंथ साहिब जी महाराज जी दी पवित्र पावन हजूरी अंदर जुड़ बैठी गुरु की साजी और नवाजी हुई गुरु का खास रूप गुरु खालसा साध संगत जीओ। संध्या समय दे सजे हुए दीवाना च निता प्रति इकत्र हो के सतगुरां दे पावन पवित्र इतिहास की लड़ीवार कथा बड़े प्यार सत्कार शरदा सहित आप जी सरवण कर रहे हो। श्री गुरु प्रताप सूरज प्रकाश ग्रंथ दे मंगलों की कथा आप जी सरवण कर रहे हो। 10 पातशाहियां दे मंगल सरवण कीते हन। कलगीधर और कलगीधर दे पंथ खालसे पंथ की महिमा सरवण कीती है कि शेर रूप खालसे दे अगे पठान पाड़े वांगू हन और सूबे जिहड़े सन उस वेले दे उस सहे वांगू दबकदे हन और काबली अफगान हिरना वांगू अगे ठहर नहीं सकते। पहाड़ी राजे रोजां वांगू अगे दौड़े फिरदे ते नवाब जिहड़े मलेच्छां वांगू चंखारां वांगू डरदे हन और जिहड़े बलोचिस्तान दे बलोच वो सूरां वांगू पुजाड़ी ही नहीं सकते। महाकवि भाई संतोख सिंह जी कहंदे खालसा रूपी शेर इहो जिहा बली है कि जिहड़े मुगलां रूपी हाथी सन उन्हां नूं मार के खूब गजदा है। ऐसे खालसे पंथ नूं मेरी प्रणाम ते नमस्कार है। ये मंगल खालसे पंथ की उपमा के पिछे आप जी ने सुने ने। आओ मन बिरतियां एकाग्र करके सतगुरां की कल्याणकारी कथा सरवण करिए। श्री गुर प्रताप सूरज ग्रंथ लिखण की भूमिका इहदा मुੱਢ किवें ਬੱਝਾ इस ग्रंथ नूं लिखण दा।
ਪਹਿਲਾਂ ਕੁਝ ਉਹ ਪ੍ਰਸੰਗ ਮਾਂ ਕਵੀ ਜੀ ਲਿਖ ਰਹੇ ਨੇ। ਸਰਵਣ ਕਰੀਏ ਗੁਰੂ ਚਰਨਾਂ 'ਚ ਹਾਜ਼ਰੀ ਲਵਾਓ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਸ਼ਿਰੋਮਣ ਖਾਲਸਾ ਰਚਿਓ ਪੰਥ ਸੁਖਦਾਈ। ਸਤਿਗੁਰੂ ਜੀ ਨੇ ਜਿਹੜਾ ਇਹ ਖਾਲਸਾ ਪੰਥ ਸਾਰਿਆਂ ਤੋਂ ਸ਼੍ਰੋਮਣੀ ਸੁਖ ਦੇਣ ਵਾਲਾ ਰਚਿਆ, ਦੁਨੀਆ ਦੇ ਜਿੰਨੇ ਪੰਥ ਨੇ ਉਹਨਾਂ ਸਾਰੇ ਪੰਥਾਂ ਚੋਂ ਸਭ ਤੋਂ ਸ਼੍ਰੋਮਣੀ ਪੰਥ ਖਾਲਸਾ ਪੰਥ ਹੈ। ਕਲਗੀਧਰ ਜੀ ਦੇ ਬਚਨ ਨੇ, ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ। ਮਹਾ ਤੇਗ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ। ਇਹੋ ਜਿਹਾ ਖਾਲਸਾ ਦੁਨੀਆ ਦੇ ਜਿੰਨੇ ਪੰਥ ਨੇ ਉਹਨਾਂ ਸਾਰੇ ਪੰਥਾਂ ਚੋਂ ਇਹ ਸ਼੍ਰੋਮਣੀ ਪੰਥ ਹੈ ਖਾਲਸਾ ਪੰਥ। ਔਰ ਸਤਿਗੁਰੂ ਜੀ ਨੇ ਇਹ ਪੰਥ ਸੁਖ ਦੇਣ ਵਾਸਤੇ ਰਚਿਆ, ਸੰਸਾਰ ਦੇ ਜੀਵਾਂ ਨੂੰ ਸੁਖ ਦੇਣ ਵਾਸਤੇ ਇਸ ਖਾਲਸੇ ਪੰਥ ਦੀ ਰਚਨਾ ਕੀਤੀ ਹੈ। ਇਹ ਹਰ ਪੱਖ ਤੋਂ ਸ਼੍ਰੋਮਣੀ ਹੈ, ਪਰ ਇੱਥੇ ਇੱਕ ਪੱਖ ਜੋ ਸਭ ਤੋਂ ਸ਼੍ਰੋਮਣੀ ਬਣਾਉਂਦਾ ਖਾਲਸੇ ਪੰਥ ਨੂੰ, ਉਹ ਇਹ ਵੀ ਹੈ, ਸੁਣੋ ਜੀ। ਇਕ ਬਿਨ ਗੰਦੋ ਤੁਮ ਤੇ ਜਗ ਮੈਂ ਅਧਿਕ ਸੁਹਾਈ। ਗੰਦਾ ਧੂਆਂ ਯਾਨੀ ਕਿ ਤਮਾਕੂ ਤੇ ਜਗਤ ਜੂਠ ਦਾ ਜਿਹੜਾ ਧੂਆਂ ਵਰਤਦੇ ਆ ਲੋਕ, ਬਹੁਤ ਸਾਰੇ ਮਤ, ਬਹੁਤ ਸਾਰੇ ਪੰਥ ਇਸ ਧੂਏ ਨੇ, ਤਮਾਕੂ ਦੇ ਧੂਏ ਨੇ ਗਰਸ ਲਏ। ਇਹ ਹਿੰਦੁਸਤਾਨ ਦੀ ਬੂਟੀ ਨਹੀਂ ਸੀ ਤਮਾਕੂ, ਜਗਤ ਜੂਠ। ਇਹ ਬਾਹਰੋਂ ਲਿਆਂਦੀ ਗਈ ਹਿੰਦੁਸਤਾਨ ਵਿੱਚ। ਬੜੇ ਹਿੰਦੂ, ਬਹੁਤ ਸਾਰੇ ਮੁਸਲਮਾਨ ਇਹਦੀ ਗ੍ਰਿਫਤ ਵਿੱਚ ਆ ਗਏ, ਪਰ ਖਾਲਸੇ ਪੰਥ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਤੋਂ ਵੱਖਰਾ ਰੱਖਿਆ। ਇਹ ਖਾਲਸੇ ਪੰਥ ਦੀ ਸਰਵ ਸ੍ਰੇਸ਼ਟਤਾ ਤੇ ਸ਼੍ਰੋਮਣੀਪਨ ਹੈ। ਇਸ ਗੰਦੇ ਧੂਏ ਤੋਂ ਬਿਨਾਂ ਮਹਾਰਾਜ ਜੀ ਦਾ ਖਾਲਸਾ ਪੰਥ ਸਾਰੇ ਜਗਤ ਵਿੱਚ ਅਧਿਕ ਸ਼ੋਭਨੀਕ ਹੋ ਰਿਹਾ ਹੈ। 4 ਬੱਜਰ ਕੁਰੈਤਾਂ ਖਾਲਸੇ ਨੂੰ ਦੱਸੀਆਂ ਜਾਂਦੀਆਂ। ਉਹਨਾਂ 4 ਬੱਜਰ ਕੁਰੈਤਾਂ ਚੋਂ ਇੱਕ ਬੱਜਰ ਕੁਰੈਤ ਹੈ ਜਗਤ ਜੂਠ ਦਾ ਸੇਵਨ ਕਰਨਾ, ਜਗਤ ਜੂਠ ਦੀ ਵਰਤੋਂ ਕਰਨੀ। ਕਲਗੀਧਰ ਸੁਆਮੀ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਜਾਂਦੇ, ਮਹਾਰਾਜ ਜੀ ਦਾ ਘੋੜਾ ਰੁਕ ਗਿਆ। ਪੁੱਛਿਆ ਵੀ ਅੱਗੇ ਕੀ? ਕਹਿੰਦੇ ਤਮਾਕੂ ਦਾ ਖੇਤ ਹੈ। ਮਹਾਰਾਜ ਜੀ ਦਾ ਘੋੜਾ ਉਸ ਖੇਤ ਚੋਂ ਨਹੀਂ ਸੀ ਲੰਘਿਆ। ਆਪਣੇ ਨੇੜੇ ਆ ਬਾਰਨ ਪਿੰਡ ਹੈ, ਇੱਥੋਂ ਦੇ ਮਹਾਨ ਸ਼ਹੀਦ ਜਿਨ੍ਹਾਂ ਪੁੱਠੀ ਖੱਲ ਲਵਾਈ, ਬਾਬਾ ਜੈ ਸਿੰਘ ਜੀ ਹੋਏ ਖੱਲ ਕੱਟ। ਸੂਬਾ ਸਰਹੰਦ ਕਹਿੰਦਾ ਸੀ ਵੀ ਤਮਾਕੂ ਵਾਲਾ ਹੁੱਕਾ ਚੁੱਕਣਾ ਤੇ ਤਮਾਕੂ ਵਾਲੀ ਪੰਡ ਚੁੱਕਣੀ, ਪਰ ਧੰਨ ਗੁਰੂ ਕੇ ਲਾਲ ਨੇ ਇਨਕਾਰ ਕਰ ਦਿੱਤਾ ਵੀ ਮੈਂ ਨਹੀਂ ਇਹ ਕਰ ਸਕਦਾ। ਪੁੱਠਾ ਲਟਕਾ ਕੇ ਦਰਖਤ ਦੇ ਨਾਲ ਖੱਲ ਲਾ ਦਿੱਤੀ ਗਈ, ਪਰ ਉਸ ਪਾਪੀ ਦੀ ਜਿਹੜੀ ਜਗਤ ਜੂਠ ਵਾਲੇ ਤਮਾਕੂ ਵਾਲੀ ਪੰਡ ਸੀ ਜਾਂ ਹੁੱਕਾ ਸੀ, ਉਹ ਬਾਬਾ ਜੈ ਸਿੰਘ ਹੋਣਾ ਨੇ ਨਹੀਂ ਚੁੱਕਿਆ। ਇਹ ਗੰਦਾ ਧੂਆਂ ਜਿਹੜਾ ਹੈ, ਅੱਜ ਕੱਲ ਤਾਂ ਹੁਣ ਸਾਰੇ ਪਾਸੇ ਦਾ ਪ੍ਰਚਾਰ ਵੀ ਇਦਾਂ ਕਰਦੇ ਵੀ ਇਹ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਪੰਥ ਨੂੰ ਪਹਿਲਾਂ ਹੀ ਇਹਦੇ ਤੋਂ ਨਿਰਾਲਾ ਰੱਖਿਆ, ਵੱਖਰਾ ਰੱਖਿਆ। ਕਹਿੰਦੇ ਤਨਕ ਤਮਾਕੂ ਸੇਵੀਆ ਦੇਵ ਪਿਤਰ ਛੱਡ ਜਾਏ, ਪਾਣੀ ਤਿਸਕੇ ਹਾਥ ਕਾ ਮਧਰਾ ਸਮ ਹਵੈ ਜਾਏ। ਜਿਹੜਾ ਥੋੜਾ ਜਿੰਨਾ ਵੀ ਤਮਾਕੂ ਦਾ ਸੇਵਨ ਕਰਦਾ ਹੈ, ਤਮਾਕੂ ਦਾ ਸੇਵਨ ਕਰਨ ਵਾਲੇ ਦੇ ਪਿਤਰਾਂ ਨੂੰ, ਦੇਵ ਪਿਤਰਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਵੀ ਤੇਰੀ ਕੁੱਲ ਦੇ ਵਿੱਚ ਤਮਾਕੂ ਦਾ ਸੇਵਨ ਹੋ ਰਿਹਾ। ਔਰ ਤਮਾਕੂ ਖਾਣ ਵਾਲੇ ਬੰਦੇ ਦੇ ਹੱਥ ਦਾ ਪਾਣੀ ਪੀਣਾ, ਉਹ ਪਾਣੀ ਨਹੀਂ ਆ, ਸ਼ਰਾਬ ਪੀਣ ਦੇ ਤੁੱਲ ਹੈ। ਉਹਦੇ ਹੱਥ ਦਾ ਪਾਣੀ ਸ਼ਰਾਬ ਬਣ ਜਾਂਦਾ ਜਿਹੜਾ ਤਮਾਕੂ ਦਾ ਸੇਵਨ ਕਰਦਾ ਹੈ। ਖਾਲਸਾ ਪੰਥ ਸ਼੍ਰੋਮਣੀ ਹੈ। ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਧਿਕ ਸੁਹਾਏ। ਇਹ ਗੰਦੇ ਧੂਏ ਤੋਂ ਬਿਨਾਂ
ਸਾਰੇ ਜਗਤ ਦੇ ਵਿੱਚ ਸੋਭਨੀਕ ਹੁੰਦਾ, ਸਾਰਿਆਂ ਵਿੱਚ ਪ੍ਰਕਾਸ਼ਦਾ ਹੈ। ਸੋਰਠਾ ਸ਼੍ਰੀ ਸਤਿਗੁਰ ਕੋ ਰੂਪ, ਜਗੈ ਜੋਤ ਜਾਹਰ ਜਗਤ। ਖਾਲਸਾ ਜੀ, ਇਹ ਖਾਲਸਾ ਪੰਥ ਸਤਿਗੁਰਾਂ ਦਾ ਹੀ ਸਰੂਪ ਹੈ। ਇਹ ਖਾਲਸਾ ਪੰਥ ਗੁਰੂ ਪਾਤਸ਼ਾਹ ਦਾ ਹੀ ਰੂਪ ਹੈ। ਸ੍ਰੀ ਸਤਿਗੁਰ ਕੋ ਰੂਪ ਮਹਾਰਾਜ ਕਲਗੀਧਰ ਨੇ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਇਹ ਬਚਨ ਲਿਖੇ ਨੇ। ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਬੈਠ ਕੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਇਹ ਖਾਲਸੇ ਦੀ ਸਤਿਗੁਰਾਂ ਨੇ ਵਡਿਆਈ ਕੀਤੀ ਹੈ ਕਲਗੀਧਰ ਜੀ ਨੇ। ਮਹਾਰਾਜ ਜੀ ਕਹਿੰਦੇ ਖਾਲਸਾ ਮੇਰਾ ਹੀ ਰੂਪ ਹੈ। ਖਾਲਸੇ ਵਿੱਚ ਤੇ ਕਲਗੀਧਰ ਵਿੱਚ ਕੋਈ ਫਰਕ ਨਹੀਂ ਰਿਹਾ। ਜਦੋਂ ਚਮਕੌਰ ਦੀ ਗੜ੍ਹੀ ਵਿੱਚ 5 ਸਿੰਘਾਂ ਨੂੰ ਮਹਾਰਾਜ ਜੀ ਨੇ ਤਿਲਕ ਦਿੱਤਾ ਹੈ, 5 ਸਿੰਘਾਂ ਦੀ ਪਰਿਕਰਮਾ ਕਰਕੇ ਆਪਣੀ ਜਗ੍ਹਾ ਤੇ ਕਲਗੀ ਉਹਨਾਂ ਦੇ ਸੀਸ ਤੇ ਸਜਾਈ, ਉਦੋਂ ਬਚਨ ਕੀਤਾ ਖਾਲਸਾ ਮੋਹ ਮੈਂ ਖਾਲਸੇ ਮੈਂ। ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ 5 ਨੂੰ ਖੰਡੇ ਦੀ ਪੌਲ ਛਕਾ ਕੇ ਫਿਰ ਆਪ ਉਹਨਾਂ 5 ਕੋਲੋਂ ਖੰਡੇ ਦੀ ਪੌਲ ਛਕੀ, ਉਦੋਂ ਮਹਾਰਾਜ ਜੀ ਨੇ ਭੇਦ ਖਤਮ ਕਰ ਦਿੱਤਾ ਖਾਲਸੇ 'ਚ ਔਰ ਆਪਣੇ ਵਿੱਚ। ਤੋ ਸ੍ਰੀ ਸਤਿਗੁਰ ਕੋ ਰੂਪ, ਸਤਿਗੁਰਾਂ ਦਾ ਹੀ ਰੂਪ ਹੈ ਇਹ ਖਾਲਸਾ, ਔਰ ਇਹਦੇ ਵਿੱਚ ਸਤਿਗੁਰਾਂ ਦੀ ਜ਼ਾਹਰ ਜੋਤ ਹੈ ਜਿਹੜੀ ਸਾਰੇ ਜਗਤ ਦੇ ਵਿੱਚ ਜਗ ਰਹੀ ਹੈ। ਪੁੰਜ ਸੋ ਪੰਥੇ ਅਨੂਪ, ਕਰ ਬੰਧਨ ਰਚ ਬੇਲਗਤ। ਇਹੋ ਜਿਹਾ ਅਨੂਪ ਪੰਥ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਖਾਲਸੇ ਪੰਥ ਦੀ ਉਪਮਾ ਦੇਣੀ ਹੋਵੇ ਤੇ ਕਿਹਦੀ ਦਈਏ? ਮਹਾਰਾਜ ਜੀ ਦੇ ਪੰਥ ਵਰਗਾ ਦੁਨੀਆ 'ਚ ਕੋਈ ਪੰਥ ਹੈ ਹੀ ਨਹੀਂ। ਖਾਲਸਾ ਜੀ ਮਾਣ ਹੋਣਾ ਚਾਹੀਦਾ ਸਾਨੂੰ, ਅਸੀਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੰਥ ਦੇ ਵਿੱਚ ਹਾਂ। ਕਲਗੀਧਰ ਪਾਤਸ਼ਾਹ ਦੇ ਇਸ ਪੰਥ ਵਰਗਾ ਦੁਨੀਆ 'ਚ ਕੋਈ ਪੰਥ ਨਹੀਂ ਹੈ। ਸਤਿ ਸ੍ਰੀ ਅਕਾਲ। ਐਸੇ ਖਾਲਸੇ ਪੰਥ ਨੂੰ ਬੰਦਨਾ ਕਰਕੇ ਮੈਂ ਸ਼੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਮਹਾਕਵੀ ਕਵੀਰਾਜ ਜੀ ਕਹਿੰਦੇ ਪ੍ਰਾਰੰਭ ਕਰਦਾ ਹਾਂ, ਲਿਖਦਾ ਹਾਂ। ਦੋਹਰਾ ਸ਼੍ਰੀ ਗੁਰੂ ਨਾਨਕ ਸੋ ਮਿਲਿਓ, ਬਾਲਿਕ ਰੂਪ ਸੁਜਾਨ। ਖਾਲਸਾ ਜੀ ਇੱਥੋਂ ਤੱਕ ਚੱਲੇ ਨੇ ਮੰਗਲ, ਹੁਣ ਇੱਥੋਂ ਅੱਗੇ ਕਥਾ ਆਰੰਭ ਹੋਣ ਲੱਗੀ। ਕਥਾ ਆਰੰਭ ਹੋਣ ਲੱਗੀ ਹੈ ਕਿ ਸ਼੍ਰੀ ਸੂਰਜ ਗ੍ਰੰਥ ਜਿਹੜਾ ਹੈ ਇਹ ਲਿਖਣ ਦਾ ਇਹਦਾ ਮੁੱਢ ਕਿਵੇਂ ਵੱਜਾ, ਸੋਰਸ ਕਿੱਥੋਂ ਲਏ ਮਹਾਕਵੀ ਜੀ ਨੇ ਜਿੱਥੋਂ ਇਹ ਕਥਾ ਲਿਖੀ, ਉਹ ਲਿਖਣ ਲੱਗੇ ਨੇ। ਬਾਬਾ ਬੁੱਢਾ ਸਾਹਿਬ ਜੀ ਦਾ ਜ਼ਿਕਰ ਆ ਰਿਹਾ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜਦੋਂ ਬਾਲ ਰੂਪ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮਿਲੇ, ਪਿੱਛੇ ਤੁਸੀਂ ਕਥਾ ਸੁਣੀ ਆ ਨਾਨਕ ਪ੍ਰਕਾਸ਼ ਵਿੱਚ, ਤੇ ਉਸ ਵਕਤ ਜਦੋਂ ਬਾਬਾ ਬੁੱਢਾ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਮਿਲੇ, ਕਿਰਪਾ ਪਾਈ ਤਤਕਾਲ ਹੀ ਪ੍ਰਾਪਤ ਭਾ ਬ੍ਰਹਮ ਗਿਆਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਤਤਕਾਲ ਉਸੇ ਵੇਲੇ ਕਿਰਪਾ ਪ੍ਰਾਪਤ ਕਰਕੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ ਸਨ। ਉਸੇ ਵਕਤ ਹੀ ਜਦੋਂ ਮਿਲੇ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਘਰੋਂ ਮੱਖਣ ਦਾ ਕੁੱਜਾ ਭਰ ਕੇ ਲਿਆਏ, ਸਤਿਗੁਰਾਂ ਨੂੰ ਭੇਟ ਕੀਤਾ। ਦਰਸ਼ਨ ਕਰਦਿਆਂ ਮਹਾਰਾਜ ਜੀ ਨੇ ਇਹੋ ਜਿਹਾ ਤਰਸ ਕੀਤਾ ਗੁਰੂ ਨਾਨਕ ਸਾਹਿਬ ਨੇ ਕਿ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤਤਕਾਲ ਉਸੇ ਵੇਲੇ ਹੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ। ਚੋਪਈ ਜਿਸ ਕੀ ਬਾतें ਸੁਨ ਬੁੱਧਵਾਰੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ ਵਾਰਤਾਲਾਪ ਕੀਤੀ, ਬਾਬਾ ਬੁੱਢਾ ਸਾਹਿਬ ਜੀ ਦੀਆਂ ਬੁੱਧੀ ਵਾਲੀਆਂ ਸਿਆਣੀਆਂ ਗੱਲਾਂ ਮਹਾਰਾਜ ਜੀ ਨੇ ਸੁਣੀਆਂ। ਸ਼੍ਰੀ ਜਗ ਗੁਰ ਇਮ ਗਿਰਾ ਉਚਾਰੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਇਹ ਬਚਨ ਕਹੇ ਸਨ। ਬਾਲਕ ਤੇਰੀ ਬੈਸ ਦਿਸਾਵਤ। ਬੇਟਾ ਤੇਰੀ ਉਮਰ ਤਾਂ ਬੱਚਿਆਂ ਵਾਲੀ ਨਜ਼ਰ ਆਉਂਦੀ ਹੈ, ਉਮਰ ਬਾਲਕਾਂ ਵਾਲੀ ਦਿਸਦੀ ਹੈ।
ਬੁੱਢੇ ਸਮ ਮੁਖ ਵਾਕੇ ਅਲਾਵਤ। ਪਰ ਗੱਲਾਂ ਵਾਕ ਬਚਨ ਬੁੱਢਿਆਂ ਵਰਗੇ ਕਰਦਾ, ਸਿਆਣਿਆਂ ਵਰਗੇ ਕਰਦਾ। ਇਹ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੂੰ ਕਹੇ ਸਨ। ਇਤਨੇ ਮੈਂ ਤਿਸ ਕੋ ਪਿਤ ਮਾਤਾ। ਇਹਨੇ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਮਾਤਾ ਪਿਤਾ ਜੀ ਉਹ ਲੱਭਦੇ ਲੱਭਦੇ ਭਾਈ ਸੁੱਗਾ ਜੀ ਹੋਣੀ ਆ ਗਏ। ਆਏ ਗਏ ਖੋਜਤ ਨਿਜ ਤਾਤਾ। ਆਪਣੇ ਪੁੱਤਰ ਨੂੰ ਲੱਭਦਿਆਂ ਲੱਭਦਿਆਂ ਜਦੋਂ ਉਹ ਆਏ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚੇ। ਕਹਿਤ ਪਾਏ ਹਮਰੋ ਸੁਤਿਆਵਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆ ਕੇ ਪੁੱਛਿਆ, ਮਹਾਰਾਜ ਜੀ ਸਾਡਾ ਪੁੱਤਰ ਤਾਂ ਨਹੀਂ ਆਇਆ ਇੱਥੇ, ਅਸੀਂ ਉਹਦੀ ਭਾਲ ਕਰਦੇ ਹਾਂ। ਤਿਸ ਦੇਖਨ ਕੋ ਮਨ ਲਲਚਾਵਾ। ਬਿਨਾਂ ਦੱਸਿਆ ਘਰੋਂ ਆ ਗਿਆ ਤੇ ਅਸੀਂ ਉਹਨੂੰ ਲੱਭ ਰਹੇ ਹਾਂ, ਭਾਲ ਰਹੇ ਹਾਂ ਤੇ ਕਿਤੇ ਲੱਭਦਾ ਨਹੀਂ ਪਿਆ। ਸਿੱਖਨ ਕਹਿਓ ਸੋ ਅੰਤਰ ਬੈਸਾ। ਸਿੱਖਾਂ ਨੇ ਦੱਸਿਆ ਜੀ ਉਹ ਅੰਦਰ ਬੈਠੇ ਹਨ ਜਿਹੜੇ ਬਾਲਕ ਦੀ ਤੁਸੀਂ ਭਾਲ ਕਰਦੇ ਹੋ। ਜਾਏ ਨਿਹਾਰਿਓ ਅਤ ਬ੍ਰਿਧ ਜੈਸਾ। ਜਦੋਂ ਜਾ ਕੇ ਵੇਖਿਆ ਵੀ ਬਾਲਕ ਦੇ ਸਰੀਰ ਦੇ ਚਿੰਨ ਬਿਰਧਾਂ ਵਾਲੇ ਹੋ ਗਏ ਨੇ। ਸਰੀਰ ਦੇ ਜਿਹੜੇ ਚਿੰਨ ਨੇ ਉਹ ਜਿਵੇਂ ਬਿਰਧਾਂ ਦੇ ਹੁੰਦੇ ਆ ਏਦਾਂ ਦੇ ਹੋ ਗਏ ਨੇ। ਬਿਸਮਰਿਓ ਕਛ ਕਹਿਓ ਨ ਜਾਈ। ਜਾ ਕੇ ਦੋਵੇਂ ਹੈਰਾਨ ਹੋ ਗਏ ਪਰ ਕੁਝ ਕਹਿ ਨਹੀਂ ਸਕੇ। ਚਹਿਤ ਲਿਜਾਇਓ ਸੰਗ ਨ ਜਾਈ। ਇਹ ਕਹਿਣ ਲੱਗੇ ਚੱਲ ਬੂੜਿਆ ਘਰ ਚੱਲੀਏ। ਅੱਗੋਂ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਵੀ ਤੁਸੀਂ ਜਾਓ, ਮੈਨੂੰ ਤਾਂ ਸਤਿਗੁਰਾਂ ਦੇ ਚਰਨਾਂ ਦੀ ਮੌਜ ਮਿਲ ਗਈ ਹੈ, ਮੈਂ ਨਹੀਂ ਜੇ ਜਾਣਾ ਮਹਾਰਾਜ ਜੀ ਦੇ ਚਰਨ ਛੱਡ ਕੇ। ਪੁਨ ਦੰਪਤ ਨੇ ਏਵ ਵਿਚਾਰਾ। ਬਾਬਾ ਬੁੱਢਾ ਸਾਹਿਬ ਦੇ ਮਾਤਾ ਪਿਤਾ ਜੋ ਜੀ ਨੇ ਦੋਨਾਂ ਨੇ ਵਿਚਾਰ ਕੀਤੀ। ਜਰਾ ਗ੍ਰਸਿਓ ਤਨ ਏਸੋ ਕੁਮਾਰਾ। ਦੇਖਿਆ ਵੀ ਚੰਗਾ ਭਲਾ ਕੁਮਾਰ ਬਾਲਕ ਸੀ ਤੇ ਸਰੀਰ ਦੇ ਚਿਹਨੇ ਦੇ ਬਿਰਧਾਂ ਵਾਲੇ ਨਜ਼ਰ ਆ ਰਹੇ ਨੇ। ਅਬ ਕਿਆ ਕਾਰਜ ਆਏ ਹਮਾਰੇ। ਕਹਿੰਦੇ ਰਹਿਣ ਦਿਓ ਇਹਨੂੰ, ਇੱਥੇ ਹੁਣੇ ਨੇ ਸਾਡੇ ਕੰਮ ਵੀ ਕਿਹੜੇ ਆਉਣਾ। ਸਰਬ ਰੀਤ ਤੇ ਸਿਥਲਿਓ ਭਾਰੇ। ਸਰਬ ਰੀਤੀਆਂ ਨਾਲੇ ਤਾਂ ਬਿਰਧਾਂ ਵਾਂਗੂ ਹੀ ਨਜ਼ਰ ਆ ਰਿਹਾ ਹੈ। ਕਹਿ ਬੋਰੇ ਨ ਚਾਲੀ ਸੰਗ। ਉਹਨਾਂ ਨੇ ਬਥੇਰਾ ਜ਼ੋਰ ਲਾਇਆ ਵੀ ਆਪਣੇ ਵੱਲੋਂ ਲਿਜਾਣ ਵਾਸਤੇ, ਪਰ ਬਾਬਾ ਬੁੱਢਾ ਸਾਹਿਬ ਜੀ ਨਹੀਂ ਗਏ। ਰਹਿਣ ਦਿਓ ਇਹ ਭਾ ਬ੍ਰਿਧ ਅੰਗ। ਕਹਿਣ ਲੱਗੇ ਚਲੋ ਫਿਰ ਰਹਿਣ ਦਿਓ ਇਹਨੂੰ, ਹੁਣ ਇਹਦੇ ਸਰੀਰ ਦੇ ਅੰਗ ਵੀ ਬਿਰਧਾਂ ਵਾਲੇ ਹੋ ਗਏ ਨੇ। ਐਸੀ ਕਹਿ ਕਰ ਗਮਨੇ ਤਾਮ। ਏਦਾਂ ਕਹਿ ਕੇ ਦੋਨੋਂ ਹੀ ਮਾਤਾ ਪਿਤਾ ਵਾਪਸ ਆਪਣੇ ਨਗਰ ਨੂੰ ਚਲੇ ਗਏ। ਤਬ ਕਹਿ ਬੁੱਢਾ ਪ੍ਰਗਟਿਓ ਨਾਮ। ਉਸ ਦਿਨ ਤੋਂ ਬਾਅਦ ਭਾਈ ਬੂੜੇ ਦਾ ਨਾਮ ਬਾਬਾ ਬੁੱਢਾ ਕਰਕੇ ਸੰਸਾਰ ਵਿੱਚ ਪ੍ਰਗਟ ਹੋ ਗਿਆ। ਗੁਰ ਘਰ ਮੈਂ ਅਜ਼ਮਤ ਯੁੱਤ ਪਾਰਾ। ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਵਿੱਚ ਅਜ਼ਮਤਾਂ ਵਿੱਚ ਵੱਡੇ ਮਹਾਂਪੁਰਸ਼ ਹੋਏ, ਜਿਨ੍ਹਾਂ 'ਚ ਬੇਅੰਤ ਅਜ਼ਮਤਾਂ ਕਰਾਮਾਤਾਂ ਕਲਾਵਾਂ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ। ਬੇਅੰਤ ਅਜ਼ਮਤਾਂ ਦੇ ਧਾਰਨੀ ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਵਿੱਚ ਹੋਏ ਨੇ। ਬੋਹਿਤ ਸਮ ਜਗ ਤਾਰਨ ਹਾਰਾ। ਇੰਜ ਕਹਿ ਲੋ ਵੀ ਜਹਾਜ਼ ਵਾਂਗੂ ਹੋ ਗਏ ਬਾਬਾ ਬੁੱਢਾ ਸਾਹਿਬ, ਤੇ ਜਿਨ੍ਹਾਂ ਜਿਨ੍ਹਾਂ ਨੇ ਇਸ ਜਹਾਜ਼ ਦਾ ਸੰਗ ਕੀਤਾ ਉਹਨਾਂ ਨੂੰ ਇਹ ਸੰਸਾਰ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਤਾਰ ਦਿੱਤਾ। ਬਾਬਾ ਬੁੱਢਾ ਸਾਹਿਬ ਆਪ ਵੀ ਜਹਾਜ਼ ਬਣ ਗਏ, ਜਿਹੜੇ ਉਹਨਾਂ ਦੇ ਸੰਗੀ ਹੋਏ ਉਹ ਵੀ ਤਰ ਗਏ। ਅਜਰ ਜਰਨ ਮੈਂ ਧੀਰ ਮਹਾਨਾ। ਜਰ ਨੂੰ ਜਰ ਲੈਣ ਦੇ ਵਿੱਚ ਮਹਾਨ ਧੀਰ ਜੀ ਸਨ ਬਾਬਾ ਬੁੱਢਾ ਸਾਹਿਬ। ਅਜਰ ਨੂੰ ਜਰ ਲੈਣ ਦੀ ਮਹਾਨ ਸ਼ਕਤੀ ਦੇ ਮਾਲਕ ਸਨ। ਅਪਰ ਨ ਜਾ ਕੇ ਭਇਓ ਸਮਾਨਾ। ਜਰ ਨੂੰ ਜਰ ਲੈਣ ਵਾਲੇ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਦੇ ਸਮਾਨ ਕੋਈ ਦੂਸਰਾ ਸਿੱਖ ਨਜ਼ਰ ਨਹੀਂ ਆਉਂਦਾ। ਸ਼੍ਰੀ ਨਾਨਕ ਤੇਰੇ ਹੋ ਪਿਛਾਰੀ। ਜਦੋਂ ਗੁਰੂ ਨਾਨਕ ਸਾਹਿਬ ਸੱਚਖੰਡ ਚਲੇ ਗਏ, ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਰਹੇ। ਸ਼੍ਰੀ ਅੰਗਦ ਕੇ ਚਰਨ ਮਝਾਰੀ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਤਕਰੀਬਨ 12 ਸਾਲ ਤੋਂ ਵਧੇਰਾ ਸਮਾਂ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਟਹਿਲ ਕੀਤੀ। ਪੁਨ ਸ਼੍ਰੀ ਅਮਰਦਾਸ ਕੀ ਸੇਵਾ। ਤਕਰੀਬਨ 22 ਸਾਲ ਤੋਂ ਲੰਮੇਰਾ ਸਮਾਂ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਵਿੱਚ ਰਹੇ। ਸੰਗੀ ਰਾਮਦਾਸ ਗੁਰਦੇਵਾ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਸੰਗਤ ਕੀਤੀ।
ਪੁਨ ਸ਼੍ਰੀ ਅਰਜਨ ਕੇ ਟਿਗ ਰਹਿਓ। ਫਿਰ ਪੰਜਵੇਂ ਪਾਤਸ਼ਾਹ ਜਗਤਨਾਥ ਗੁਰੂ ਅਰਜਨ ਦੇਵ ਸਾਹਿਬ ਦੀ ਸੇਵਾ ਟਹਿਲ ਵਿੱਚ ਵੀ ਰਹੇ। ਭਾਈ ਪਦ ਕੋ ਤਬ ਤੇ ਲਇਓ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤਾਂ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਭਾਈ ਪਦਵੀ ਦੇ ਕੇ ਨਿਵਾਜਿਆ। ਉਸ ਤੋਂ ਪੰਜਵੇਂ ਪਾਤਸ਼ਾਹ ਦੇ ਸਮੇਂ ਭਾਈ ਪਦਵੀ ਨੂੰ ਪ੍ਰਾਪਤ ਹੋਏ। ਜਿਨ ਕੋ ਬਚਨ ਅਟਲ ਜਗ ਪਇਓ। ਇਹੋ ਜਿਹੇ ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੇ ਬਚਨ ਇਸ ਜਗਤ ਵਿੱਚ ਅਟਲ ਹੋਏ ਨੇ। ਜਿਹੜਾ ਬਚਨ ਕਹਿ ਦਿੱਤਾ ਉਹ ਅਟਲ ਹੋਇਆ। ਪਾਤਸ਼ਾਹ ਨੇ ਵੀ ਕਦੇ ਮਹਾਰਾਜ ਜੀ ਦਾ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਨਹੀਂ ਮੋੜਿਆ। ਜਿਹੜਾ ਬਚਨ ਕੀਤਾ ਉਹ ਅਟਲ ਹੋਇਆ। ਸ਼੍ਰੀ ਗੁਰ ਹਰਿ ਗੋਬਿੰਦ ਜਨਮਿਓ। ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਬੂਰ ਲੱਗਾ। ਛੇਵੇਂ ਪਾਤਸ਼ਾਹ ਜੀ ਦੇ ਬਾਬਤ ਬਚਨ ਕੀਤਾ ਸੀ ਨਾ ਮਾਤਾ ਨੂੰ, ਮਾਤਾ ਜੀ ਮਾਤਾ ਤੁਮੇ ਗ੍ਰਹਿ ਪ੍ਰਗਟੇਗਾ ਯੋਧਾ। ਬਾਬਾ ਬੁੱਢਾ ਸਾਹਿਬ ਦੇ ਬਚਨ ਫਲੀਭੂਤ ਹੋਏ। ਮਾਤਾ ਗੰਗਾ ਜੀ ਦੇ ਉਦਰ ਤੋਂ ਮੇਰੀਆਂ ਪੀਰੀਆਂ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਪਾਤਸ਼ਾਹ ਖਸ਼ਟਨ ਲੋ ਦੇਹ। ਜਿਵੇਂ ਪਾਤਸ਼ਾਹ ਨੂੰ ਵਿਦਿਆ ਪੜ੍ਹਾਈ, ਘੋੜ ਸਵਾਰੀ ਸਿਖਾਈ, ਨੇਜੇਬਾਜੀ, ਪਲੱਥੇਬਾਜੀ, ਇਹ ਸਾਰੀ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਸਿਖਾਈ। ਔਰ ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਘਰ ਦੀ ਸੇਵਾ ਕਰਦੇ ਰਹੇ। ਗੁਰਿਆਈ ਦਾ ਤਿਲਕ ਵੀ ਦਿੰਦੇ ਰਹੇ। ਜੀਵਤ ਰਹਿਓ ਗਿਆਨ ਕਹੋਗੇ ਹੋ। ਔਰ ਗਿਆਨ ਦਾ ਘਰ ਸਨ ਬਾਬਾ ਬੁੱਢਾ ਸਾਹਿਬ ਜੀ। ਬ੍ਰਹਮ ਗਿਆਨ ਦਾ ਘਰ ਸਨ। ਅਨਿਕ ਨਰਨ ਕੋ ਕੀਨ ਉਧਾਰਾ। ਜਿਹੜੇ ਜਿਹੜੇ ਸੰਗੀ ਬਾਬਾ ਬੁੱਢਾ ਸਾਹਿਬ ਜੀ ਦੀ ਸੰਗਤ ਕਰਦੇ ਰਹੇ, ਇੱਕ ਨਹੀਂ ਅਨੇਕਾਂ ਦਾ ਉਧਾਰ ਕੀਤਾ ਬਾਬਾ ਬੁੱਢਾ ਸਾਹਿਬ ਨੇ। ਅਨੇਕ ਜੀਵਾਂ ਨੂੰ ਸੰਸਾਰ ਤੋਂ ਤਾਰਿਆ। ਸਤਨਾਮ ਉਪਦੇਸ਼ ਉਦਾਰਾ। ਪਰਮੇਸ਼ਰ ਦੇ ਸੱਚੇ ਨਾਮ ਦਾ ਹੀ ਉਪਦੇਸ਼ ਦਿੰਦੇ ਬਾਬਾ ਬੁੱਢਾ ਸਾਹਿਬ। ਜਿਹੜਾ ਕੋਈ ਮਾਈ ਭਾਈ ਆਉਂਦਾ ਉਹਨੂੰ ਨਾਮ ਜਪਣ ਦਾ ਹੁਕਮ ਕਰਦੇ ਕਿ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਣਾ ਹੈ। ਸ਼੍ਰੀ ਗੁਰੂ ਨਾਨਕ ਸਭ ਤੇ ਆਦੀ। ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਪਾਛੇ ਜੋ ਟਿਕੇ ਗੁਰ ਗਾਦੀ। ਉਹਨਾਂ ਤੋਂ ਬਾਅਦ ਜਿਹੜੇ ਜਿਹੜੇ ਗੁਰੂ ਸਾਹਿਬਾਨ ਛੇਵੇਂ ਪਾਤਸ਼ਾਹ ਤੱਕ ਗੁਰਗੱਦੀ ਤੇ ਰਹੇ। ਸਭ ਹਿਨ ਕੋ ਬੁੱਢਾ ਨਿਜ ਹਾਥ। ਦੂਸਰੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸਤਿਗੁਰਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀਂ ਦੇ ਤੋਰਿਓ ਤਿਲਕ ਸ਼ੁਭ ਮਾਤ। ਗੁਰਿਆਈ ਦਾ ਤਿਲਕ ਮਹਾਰਾਜ ਜੀ ਦੇ ਸ਼ੁਭ ਮਸਤਕ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਹੱਥੀਂ ਦਿੰਦੇ ਰਹੇ। ਗੁਰਿਆਈ ਦਾ ਤਿਲਕ ਦੇਣ ਦਾ ਜਿਹੜਾ ਮਾਣ ਤੇ ਸਨਮਾਨ ਸੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ। ਪੀਛੇ ਸੰਤਤ ਤਿਸ ਹੀ ਰੀਤ। ਉਹਨਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜਦੋਂ ਛੇਵੇਂ ਪਾਤਸ਼ਾਹ ਦੇ ਸਮੇਂ ਸੱਚਖੰਡ ਗਏ, ਉਹਨਾਂ ਦੀ ਅੱਗੋਂ ਜਿਹੜੀ ਸੰਤਾਨ ਸੀ ਬਾਬਾ ਬੁੱਢਾ ਸਾਹਿਬ ਜੀ ਦੀ, 7ਵੇਂ 8ਵੇਂ 9ਵੇਂ ਤੇ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਿਆਈ ਦਾ ਤਿਲਕ ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਸੰਤਾਨ ਦਿੰਦੀ ਰਹੀ। ਸਤਗੁਰ ਸਾਥ ਰਹਿਤ ਭੇ ਨੀਤ। ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਵੰਸ਼ ਸੀ ਉਹ ਵੀ ਸਤਿਗੁਰਾਂ ਦੀ ਸੰਗਤ ਵਿੱਚ ਮਹਾਰਾਜ ਜੀ ਦੀ ਸੇਵਾ ਵਿੱਚ ਰਹੀ। ਤੀਨ ਕਾਲ ਕੇ ਗਿਆਤਾਵਾਨ। ਬਾਬਾ ਬੁੱਢਾ ਸਾਹਿਬ ਤੇ ਅੱਗੋਂ ਉਹਨਾਂ ਦੀ ਜਿਹੜੀ ਸੰਤਾਨ ਹੈ ਤਿੰਨੇ ਕਾਲਾਂ ਦੇ ਗਿਆਤਾਵਾਨ ਹੋਏ। ਬਾਬਾ ਬੁੱਢਾ ਸਾਹਿਬ ਦੇ ਪੁੱਤਰ ਅੱਗੇ ਬਾਬਾ ਭਾਨਾ ਜੀ ਸਨ। ਅੱਗੇ ਬੰਸਾਵਲੀ ਆਵੇਗੀ, ਉਹ ਵੀ ਆਪਣੇ ਪਿਤਾ ਜੀ ਵਾਂਗੂ ਹੀ ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ। ਅੱਗੋਂ ਜਿਹੜੇ ਬਾਬਾ ਝੰਡਾ ਜੀ, ਬਾਬਾ ਸਰਵਣ ਜੀ, ਜਲਾਲ ਜੀ, ਭਾਈ ਰਾਮ ਕੋਇਰ ਜੀ ਵਰਗੇ ਬ੍ਰਹਮ ਗਿਆਨੀ, ਉਹ ਸਭ ਆਤਮ ਗਿਆਨੀ ਮਹਾਂਪੁਰਸ਼ ਤ੍ਰਿਕਾਲਦਰਸ਼ੀ ਹੋਏ ਹਨ। ਪ੍ਰਗਟ ਹੋਤ ਪੇ ਸਗਲ ਜਹਾਨ। ਸਾਰੇ ਜਗਤ ਵਿੱਚ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਪ੍ਰਗਟ ਹੋਈ। ਸਤਗੁਰ ਕੋ ਸ਼੍ਰੀ ਮਤ ਬਰ ਸਾਗਰ। ਕਿਉਂ ਕਹਿ ਲੋ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਧਾਂਤ ਹੈ ਉਹ ਸ੍ਰੇਸ਼ਟ ਸਮੁੰਦਰ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਤ ਹੈ ਉਹ ਸ੍ਰੇਸ਼ਟ ਸਾਗਰ ਵਾਂਗੂ ਹੈ। ਇਨ ਕੁਲ ਉਪਜਿਓ ਰਤਨ ਉਜਾਗਰ। ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਕੁਲ ਹੈ ਉਸ ਸਾਗਰ ਵਿੱਚ ਕੀਮਤੀ ਰਤਨਾਂ ਵਾਂਗੂ ਪੈਦਾ ਹੋਈ ਹੈ। ਇਦਾਂ ਕਹਿ ਲੋ ਗੁਰੂ ਸਾਹਿਬ ਦਾ ਜਿਹੜਾ ਮਤ ਹੈ ਉਹ ਸਾਗਰ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼
ਉਸ ਸਮੁੰਦਰ ਦੇ ਵਿੱਚ ਕੀਮਤੀ ਰਤਨਾਂ ਵਾਂਗੂ ਉਜਾਗਰ ਹੋਈ। ਦਰਸ ਪਰਸ ਪਾਰਸ ਸਮ ਪਈਤ। ਇਹਨਾਂ ਦੇ ਦਰਸ਼ਨ ਪਾਰਸ ਦੇ ਸਮਾਨ ਕਹਿ ਸਕਦੇ ਹਾਂ। ਮੂਡ ਲੋ ਬੁੱਧ ਹੇਮ ਬਨੋਇਤ। ਜਿਹੜੇ ਮੂਰਖ ਮੱਤ ਵਾਲੇ ਲੋਹੇ ਦੇ ਸਮਾਨ ਲੋਕ ਸਨ, ਉਹ ਵੀ ਸੋਨਾ ਬਣ ਗਏ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਵੰਸ਼ ਦੀ ਸੰਗਤ ਕਰਕੇ। ਇਹ ਪਾਰਸ ਵਾਂਗੂ ਕਹਿ ਲੋ, ਮੂਰਖ ਲੋਹੇ ਵਾਂਗੂ ਜਿਹੜੇ ਲੋਕ ਸਨ, ਉਹ ਵੀ ਇਹਨਾਂ ਦੀ ਸੰਗਤ ਕਰਕੇ ਸਵਰਨ ਹੋ ਗਏ, ਸੋਨਾ ਹੋ ਗਏ। ਜਿਨ ਕੋ ਅਦਬ ਰਾਖ ਗੁਰ ਆਪੋ। ਜਿਨ੍ਹਾਂ ਦਾ ਅਦਬ ਖੁਦ ਸਤਿਗੁਰੂ ਜੀ ਆਪ ਰੱਖਦੇ ਸਨ। ਤਿਨ ਕੋ ਸਮਤਾ ਕਿਸ ਕੀ ਜਾਪੋ। ਦੱਸੋ ਭਲਾ ਉਹਨਾਂ ਦੀ ਬਰਾਬਰੀ ਕੌਣ ਕਰ ਸਕਦਾ, ਜਿਨ੍ਹਾਂ ਦਾ ਅਦਬ ਖੁਦ ਮਹਾਰਾਜ ਤਖਤ ਤੋਂ ਉੱਠ ਕੇ ਕਰਦੇ। ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦਾ ਜਦੋਂ ਆਉਂਦੇ ਕਹਿੰਦੇ, ਜਿਨ੍ਹਾਂ ਦਾ ਅਦਬ ਖੁਦ ਸਤਿਗੁਰੂ ਆਪ ਕਰਦੇ ਨੇ, ਉਹਨਾਂ ਦੀ ਸਮਤਾ, ਉਹਨਾਂ ਦੀ ਬਰਾਬਰੀ ਕੌਣ ਕਰੇ। ਗਿਆਨ ਆਨੰਦ ਸਾਗਰ ਕੇ ਮੀਨ। ਇਦਾਂ ਕਹਿ ਲਈਏ ਕਿ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਅੰਸ਼-ਵੰਸ਼ ਗਿਆਨ ਦੇ ਸਮੁੰਦਰ ਦੇ ਵਿੱਚ ਮੱਛੀ ਬਣ ਕੇ ਰਹਿੰਦੇ ਹਨ। ਜਿਵੇਂ ਮੱਛੀ ਪਾਣੀ 'ਚ ਰਹਿੰਦੀ ਹੈ ਨਾ, ਏਦਾਂ ਬ੍ਰਹਮ ਗਿਆਨ ਦੇ ਸਮੁੰਦਰ ਵਿੱਚ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਵੰਸ਼ ਵਸਦੀ ਹੈ। ਆਠੋ ਜਾਮ ਰਹਿਤ ਸਮਲੀਨ। ਅੱਠੇ ਪੈਰ ਇੱਕ ਸਮਾਨ ਲੀਨ ਰਹਿੰਦੇ ਆ ਬ੍ਰਹਮ ਗਿਆਨ ਦੇ ਸਾਗਰ ਵਿੱਚ। ਗੁਰ ਘਰ ਕੀ ਨਿਤ ਸੇਵਾ ਠਾਨਤ। ਗੁਰੂ ਘਰ ਦੀ ਨਿਤ ਸੇਵਾ ਕਰਦੇ ਹਨ। ਅਪਰ ਮਨੋਰਥ ਮਨ ਨੇ ਆਨਤ। ਹੋਰ ਕੋਈ ਮਨੋਰਥ ਆਪਣੇ ਮਨ ਵਿੱਚ ਨਹੀਂ ਆਉਣ ਦਿੰਦੇ। ਤ੍ਰਿਣ ਚਿਤ ਕੀ ਬੋਰੇ ਰਖਵਾਰੀ। ਬਾਬਾ ਬੁੱਢਾ ਸਾਹਿਬ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੀ ਜਿਹੜੀ ਬੀੜ ਸੀ ਨਾ, ਜਿੱਥੇ ਬਾਬਾ ਜੀ ਦਾ ਸਥਾਨ ਹੈ, ਇਹ ਮਹਾਰਾਜ ਜੀ ਦੇ ਖੇਤ ਸਨ। ਇੱਥੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ। ਘਾਹ ਕਿਣਕਾ, ਮਾਲ ਡੰਗਰ, ਖੇਤ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਸਾਂਭੀ। ਹਾਂਜੀ। ਹਰਕਤ ਗੁਰੂ ਹੁਕਮ ਅਨੁਸਾਰੀ। ਜਦੋਂ ਸਤਿਗੁਰੂ ਜੀ ਹੁਕਮ ਕਰਦੇ ਉਹਦੇ 'ਚ ਖੁਸ਼ ਹੋ ਜਾਂਦੇ। ਮਹਾਰਾਜ ਜੀ ਦਾ ਹੁਕਮ ਸੁਣ ਕੇ ਹਮੇਸ਼ਾ ਖੁਸ਼ੀ ਮਨਾਉਂਦੇ। ਅਸ ਭਾਈ ਬੁੱਢਾ ਗੁਰਦਾਸ। ਇਹੋ ਜਿਹੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੇ ਦਾਸ, ਗੁਰੂ ਸਾਹਿਬ ਦੇ ਸੇਵਕ ਹੋਏ ਹਨ। ਮਹਿਮਾ ਕਹਿ ਨ ਸਕੇ ਕਵਤਾਸ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਕੋਈ ਕਵੀ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਕਹਿ ਨਹੀਂ ਸਕਦਾ। ਉਹਨਾਂ ਦੀ ਮਹਿਮਾ ਬੇਅੰਤ ਹੈ। ਸਤ ਬਾਤ ਬਰ ਸ਼ਰਾਪ ਜੋ ਦੀਨਸ। ਉਹਨਾਂ ਦਾ ਕਿਹਾ ਹਰ ਵਾਕ ਸੱਤ ਹੁੰਦਾ। ਲੋਕਾਂ ਦੀਆਂ ਭਾਵਨਾ ਮੁਤਾਬਕ ਕਿਸੇ ਲਈ ਵਰ ਹੁੰਦਾ, ਕਿਸੇ ਲਈ ਸ਼ਰਾਪ ਹੁੰਦਾ। ਜਿਹੜਾ ਵਾਕ ਹੋ ਜਾਂਦਾ ਉਹ ਸੱਤ ਹੋ ਜਾਂਦਾ, ਜੋ ਬਾਬਾ ਜੀ ਆਪਣੇ ਮੁਖੋਂ ਕਰਦੇ। ਅੰਗੀਕਾਰ ਸਤਿਗੁਰੂ ਕੀ ਨਸ। ਸਤਿਗੁਰੂ ਜੀ ਨੇ ਮਹਾਰਾਜ ਜੀ ਦੇ ਜਿਹੜੇ ਵਾਕ ਬਾਬਾ ਬੁੱਢਾ ਸਾਹਿਬ ਜੀ ਦੇ, ਉਹ ਆਪ ਪ੍ਰਵਾਨ ਕੀਤੇ। ਜਦੋਂ ਕਾਜੀ ਆ ਕੇ ਲੜਿਆ ਨਾ ਬਾਬਾ ਬੁੱਢਾ ਸਾਹਿਬ ਨਾਲ, ਤਾਂ ਮਹਾਰਾਜ ਜੀ ਨੇ, ਬਾਬਾ ਬੁੱਢਾ ਸਾਹਿਬ ਨੇ ਉਹਨੂੰ ਕਹਿਣ ਲੱਗਾ ਵੀ ਮੈਂ ਗੁਰੂ ਦਾ ਜਵਾਈ ਬਣ ਕੇ ਲੈ ਲੂੰ ਪੈਸੇ। ਅੱਗੇ ਕਥਾ ਆਵੇਗੀ। ਤੇ ਬਾਬਾ ਜੀ ਨੇ ਆਖਿਆ, ਉਹ ਕਾਜੀਆ ਤੂੰ ਕੀ ਕਹਿਣਾ ਹੈ ਕਿ ਕੱਚੇ ਪਿੱਲੇ ਬੋਲਦਾ, ਤੁਮਰੋ ਗੁਰਦਮਾਦ ਬਣ ਜਾਏ ਹੈ। ਉਹ ਬਚਨ ਵੀ ਛੇਵੇਂ ਪਾਤਸ਼ਾਹ ਜੀ ਨੇ ਫਿਰ ਪੂਰਾ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਮਹਾਰਾਜ ਜੀ ਨੇ ਪ੍ਰਵਾਨ ਕੀਤੇ। ਇਹ ਸਭ ਕਥਾ ਅਗਾਰੀ ਵਰਨੋ। ਮਾਂ ਕਵੀ ਜੀ ਕਹਿੰਦੇ ਸਾਰੀ ਕਥਾ ਅੱਗੇ ਵਰਣਨ ਹੋਵੇਗੀ। ਜਿਸ ਪ੍ਰਕਾਰ ਇਨ ਕੋ ਆਚਰਨੋ। ਜਿਹੋ ਜਿਹਾ ਆਚਰਣ, ਜਿਹੋ ਜਿਹਾ ਜੀਵਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸੀ। ਸਰਬ ਭਾਂਤ ਕੀ ਸ਼ਕਤ ਵਿਸਾਲਾ। ਸਰਬ ਭਾਂਤ ਦੀ ਸ਼ਕਤੀ ਦੇ ਮਾਲਕ ਸਨ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਰੂਪੀ ਹੋ ਜਾਂਦਾ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਵਰ ਰੂਪ ਹੋ ਜਾਂਦੇ ਹਨ। ਬ੍ਰਹਮ ਗਿਆਨੀ ਸਰਬ ਪ੍ਰਕਾਰ ਦੀ ਸ਼ਕਤੀ ਦੇ ਮਾਲਕ ਸਨ। ਜਿਮ ਚਾਹਸ ਤਿਮ ਕਰਨੇ ਵਾਲਾ। ਜੋ ਚਾਣ ਕਰਨ ਦੀ ਸਮਰੱਥਾ ਧੰਨ ਬਾਬਾ ਬੁੱਢਾ ਸਾਹਿਬ ਜੀ ਰੱਖਦੇ ਹਨ। ਅਨੇਕ ਭਾਂਤ ਕੇ ਬਿਗਨੋ ਪਾਏ। ਅਨੇਕਾਂ ਪ੍ਰਕਾਰ ਦੇ ਬਿਗਨ ਆਏ। ਨੈ ਜਿਨ ਕੀ ਨਸ ਕਬੋਂ ਲਖਾਏ। ਪਰ ਬਾਬਾ ਜੀ ਨੇ ਕਦੇ ਉਹ ਬਿਗਨ ਲਖਾਏ ਨਹੀਂ ਹਨ, ਪ੍ਰਗਟ ਨਹੀਂ ਕੀਤੇ ਹਨ। ਧਰਨੀ ਸਮ ਜੈ ਧੀਰਜ ਧਾਰੀ। ਖਾਲਸਾ ਜੀ, ਜਿਵੇਂ ਧਰਤੀ ਵਿੱਚ ਧੀਰਜ ਹੈ ਨਾ, ਧਰਤੀ ਵਿੱਚ ਸਭ ਤੋਂ ਵੱਧ ਧੀਰਜ ਹੈ।
ਧਰਤੀ ਦੇ ਸਮਾਨ ਬਾਬਾ ਬੁੱਢਾ ਸਾਹਿਬ ਜੀ ਧੀਰਜ ਰੱਖਣ ਵਾਲੇ ਨੇ। ਪੌਣ ਪੀਰ ਤੇ ਟਰੇ ਨਟਾਰੀ। ਹਵਾ ਜਿਹੜੀ ਪੀੜਾ ਰੂਪੀ, ਦੁੱਖਾਂ ਰੂਪੀ, ਤਕਲੀਫਾਂ ਰੂਪੀ ਹਵਾ ਚੱਲਣ ਵਾਲੀ ਹੈ ਨਾ ਜਿਹੜੀ, ਉਹਦੇ ਨਾਲ ਧਰਤੀ ਥੋੜੀ ਉੱਡਦੀ ਹੁੰਦੀ ਹੈ। ਬੜੇ ਤਕਲੀਫ ਦੁੱਖਾਂ ਦਾ ਸਾਹਮਣਾ ਵੀ ਬਾਬਾ ਬੁੱਢਾ ਸਾਹਿਬ ਨੂੰ ਕਰਨਾ ਪਿਆ, ਪਰ ਉਸ ਹਵਾ ਦੀ ਪੀੜਾ ਦੀ ਹਵਾ ਨਾਲੋਂ ਆਪਣੀ ਜਗ੍ਹਾ ਤੋਂ ਟਸ ਤੋਂ ਮਸ ਨਹੀਂ ਹੋਏ। ਤਿਸ ਕੋ ਬੰਸ ਸੁਤਾਲ ਮਨਿੰਦ। ਕਹਿੰਦੇ ਉਹ ਕਹਿ ਲੋ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਵੰਸ਼ ਹੈ ਉਹ ਇੱਕ ਸੁੰਦਰ ਤਲਾਬ ਹੈ। ਉਪਜਿਓ ਰਾਮ ਕੋਇਰ ਅਰਬਿੰਦ। ਉਸ ਤਾਲ ਵਿੱਚ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਕਮਲ ਦੇ ਫੁੱਲ ਵਾਂਗੂ ਖਿੜੇ ਨੇ। ਬਾਬਾ ਬੁੱਢਾ ਸਾਹਿਬ ਦਾ ਵੰਸ਼ ਇਦਾਂ ਕਹਿ ਲੋ ਵੀ ਜਿਵੇਂ ਕੋਈ ਤਲਾਬ ਹੋਵੇ, ਸਰੋਵਰ ਹੋਵੇ, ਉਹਦੇ ਵਿੱਚ ਭਾਈ ਰਾਮ ਕੋਇਰ ਸਾਹਿਬ ਬ੍ਰਹਮ ਗਿਆਨੀ ਉਹ ਇਉਂ ਉਪਜੇ ਨੇ ਜਿਵੇਂ ਕੋਈ ਕਮਲ ਦਾ ਫੁੱਲ ਪੈਦਾ ਹੋਇਆ ਹੋਵੇ। ਦਸਵੇਂ ਪਾਤਸ਼ਾਹ ਬਰਬੀਰ। ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੋ ਸ੍ਰੇਸ਼ਟ ਵੀਰ ਯੋਧੇ ਹਨ। ਤਿਨੋਂ ਪਾਦ ਪੰਕਜ ਕੇ ਤੀਰ। ਭਾਈ ਰਾਮ ਕੋਇਰ ਸਾਹਿਬ ਜੀ ਨੇ ਕਲਗੀਧਰ ਜੀ ਦੇ ਚਰਨਾਂ ਦੀ ਸੇਵਾ ਕੀਤੀ ਆ, ਉਹਨਾਂ ਦੀ ਸੇਵਾ ਵਿੱਚ ਰਹੇ ਨੇ। ਮਦਪ ਮਨਿੰਦ ਅਨੰਦ ਮਕਰੰਦ। ਜਿਵੇਂ ਕਮਲ ਦੇ ਫੁੱਲ ਤੇ ਭੌਰਾ ਰਹਿੰਦਾ ਤੇ ਮਕਰੰਦ ਦਾ ਰਸ ਮਾਣਦਾ ਨਾ, ਏਦਾਂ ਭਾਈ ਰਾਮ ਕੋਇਲ ਸਾਹਿਬ ਕਲਗੀਧਰ ਦੇ ਚਰਨਾਂ ਨਾਲ ਜੁੜ ਕੇ ਰਹੇ। ਤਜਿਓ ਨ ਪਾਸ ਮੁਕੰਦ ਬਿਲੰਦ। ਮੁਕਤੀ ਦਾ ਤੇ ਸਤਿਗੁਰਾਂ ਦੇ ਚਰਨਾਂ ਦਾ ਤਿਆਗ ਨਹੀਂ ਕੀਤਾ ਬ੍ਰਹਮ ਗਿਆਨੀ ਭਾਈ ਰਾਮ ਕੋਇਲ ਸਾਹਿਬ ਜੀ ਨੇ। ਸ੍ਰੀ ਗੁਰੂ ਤੇਗ ਬਹਾਦਰ ਪਾਛੇ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਦੀਨਸ ਤਿਲਕ ਦਸਮ ਗੁਰ ਆਛੇ। ਦਸਮ ਪਿਤਾ ਕਲਗੀਧਰ ਸੁਆਮੀ ਜੀ ਗੁਰਗੱਦੀ ਤੇ ਬੈਠੇ, ਉਸ ਵਕਤ ਮਹਾਰਾਜ ਕਲਗੀਧਰ ਜੀ ਦੇ ਮਸਤਕ ਦੇ ਉੱਤੇ ਗੁਰਿਆਈ ਦਾ ਤਿਲਕ ਦੇਣ ਵਾਲੇ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਸਨ, ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ। ਕਲਗੀ ਜਿਗਾ ਜਰਾਉਨ ਜਰੀ। ਸੋਹਣੀ ਕਲਗੀ ਜਗ੍ਹਾ ਜਿਹੜੀ ਜੜਾਊਆਂ ਨਾਲ ਜੜੀ ਹੋਈ ਸੀ। ਇਨ ਤੇ ਲੈ ਸਤਿਗੁਰ ਸਿਰ ਧਰੀ। ਉਹ ਭਾਈ ਰਾਮ ਕੋਇਰ ਸਾਹਿਬ ਕੋਲੋਂ ਲੈ ਕੇ ਮਹਾਰਾਜ ਕਲਗੀਧਰ ਜੀ ਨੇ ਆਪਣੇ ਸੀਸ ਤੇ ਧਾਰਨ ਕੀਤੀ ਸੀ। ਆਯੁਧ ਦਏ ਆਦ ਸ਼ਮਸ਼ੇਰ। ਛੇਵੇਂ ਪਾਤਸ਼ਾਹ ਦੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸ਼੍ਰੀ ਸਾਹਿਬ ਜਗ੍ਹਾ ਤੇ ਕਲਗੀ ਭੇਟ ਕਰਨ ਦੀ ਮਰਿਆਦਾ ਚਲਾਈ ਸੀ। ਉਸ ਤੋਂ ਬਾਅਦ ਗੁਰੂ ਸਾਹਿਬਾਨ ਜਦੋਂ ਗੁਰਗੱਦੀ ਤੇ ਬਹਿੰਦੇ ਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਵੱਲੋਂ ਸਭ ਤੋਂ ਪਹਿਲੀ ਦਸਤਾਰ, ਜਗ੍ਹਾ, ਕਲਗੀ ਔਰ ਸ਼੍ਰੀ ਸਾਹਿਬ ਜਿਹੜੀ ਸੀ ਉਹ ਭੇਟਾ ਕੀਤੀ ਜਾਂਦੀ ਸੀ। ਕਲਗੀਧਰ ਜੀ ਨੂੰ ਵੀ ਸ਼੍ਰੀ ਸਾਹਿਬ ਬਾਬਾ ਰਾਮ ਕੋਇਰ ਸਾਹਿਬ ਜੀ ਨੇ ਭੇਟ ਕੀਤੀ। ਲੈ ਕਰ ਧਾਰੇ ਗੁਰ ਸ਼ਮਸ਼ੇਰ। ਸ਼ਮਸ਼ੀਰ ਸ਼੍ਰੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਭਾਈ ਰਾਮ ਕੋਇਰ ਸਾਹਿਬ ਪਾਸੋਂ ਲੈ ਕੇ ਕਲਗੀਧਰ ਜੀ ਨੇ ਗਾਤਰੇ ਧਾਰਨ ਕੀਤੀ ਤੇ ਸ਼ਮਸ਼ੇਰ ਹੋ ਗਏ। 10 ਪਾਤਸ਼ਾਹਨ ਕੇ ਨਿਤ ਸੰਗੀ। ਏਦਾਂ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ 10 ਪਾਤਸ਼ਾਹੀਆਂ ਦੇ ਸੰਗੀ ਰਹੇ। ਸਤਿਗੁਰ ਤ੍ਰਿਤ ਕੋ ਚਿਤ ਚਹਿ ਚੰਗੀ। ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸੇਵਾ ਹੀ ਚੰਗੀ ਲੱਗਦੀ ਸੀ, ਮਨ ਨੂੰ ਕੇਵਲ ਗੁਰੂ ਪਾਤਸ਼ਾਹ ਦੀ ਸੇਵਾ ਹੀ ਭਾਉਂਦੀ ਸੀ। ਜਗ ਮੈਂ ਬਹੁ ਸਿੱਖੀ ਬਿਸਤਾਰੀ। ਜਗਤ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਨੇ ਸਿੱਖੀ ਦਾ ਬਹੁਤ ਵਿਸਥਾਰ ਕੀਤਾ। ਅਨਿਕ ਨਰਨ ਕੋ ਕੀ ਉਧਾਰੀ। ਅਨੇਕਾਂ ਨਰਾਂ ਜੀਵਾਂ ਦਾ ਉਧਾਰ ਕੀਤਾ। ਜਥਾ ਚੱਕਰਵੈ ਅਦਪਤ ਆਗੇ। ਜਿਵੇਂ ਕੋਈ ਚੱਕਰਵਰਤੀ ਰਾਜਾ ਹੁੰਦਾ ਨਾ, ਬਾਦਸ਼ਾਹ ਹੁੰਦਾ, ਅਧਪਤੀ, ਹਾਂਜੀ, ਮੰਤਰੀ ਰਹੇ ਸੁਮਤ ਮੈਂ ਲਾਗੇ। ਚੱਕਰਵਰਤੀ ਰਾਜਿਆਂ ਦੇ ਜਿਹੜੇ ਮੰਤਰੀ ਹੁੰਦੇ ਅੱਗੇ ਉਹ ਸੁਮਤ ਵਿੱਚ ਲੱਗੇ ਰਹਿੰਦੇ ਕੰਮਕਾਰ ਕਰਨ ਵਾਸਤੇ। ਤਿਮ ਸਤਿਗੁਰ ਕਰਕੇ ਇਹ ਪਏ। ਏਦਾਂ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਅੰਸ਼ ਵੰਸ਼ ਸਤਿਗੁਰਾਂ ਦੇ ਘਰ ਦੇ ਵਜ਼ੀਰ ਹੋਏ ਨੇ। ਵਜ਼ੀਰ ਬਾਬਾ ਬੁੱਢਾ ਸਾਹਿਬ ਜੀ ਵਜ਼ੀਰ ਨੇ ਮਹਾਰਾਜ ਜੀ ਦੇ, ਭਾਈ ਰਾਮ ਕੋਇਰ ਸਾਹਿਬ। ਜਿਵੇਂ ਕਿਸੇ ਚੱਕਰਵਰਤੀ ਬਾਦਸ਼ਾਹ ਦੇ ਅੱਗੇ ਵਜ਼ੀਰ ਹੁੰਦੇ ਨਾ ਕੰਮਕਾਰ ਕਰਦੇ, ਏਦਾਂ ਸਤਿਗੁਰਾਂ ਦੇ ਸਨਮੁਖ ਬਾਬਾ ਬੁੱਢਾ ਸਾਹਿਬ ਜੀ ਔਰ ਉਹਨਾਂ ਦੀ ਅੰਸ਼ ਵੰਸ਼ ਵਜ਼ੀਰ ਬਣ ਕੇ ਸੇਵਾ ਟਹਿਲ ਕਰਦੇ ਰਹੇ। ਅਤ ਸ਼ੋਭਾ ਸਿੱਖੀ ਕੋ ਦਏ। ਔਰ ਸਿੱਖੀ ਵਿੱਚ ਮਹਾਨ ਸ਼ੋਭਾ ਨੂੰ ਪ੍ਰਾਪਤ ਹੋਏ। ਸਤਗੁਣ ਕੇ ਇਹ ਕੋਸ਼ ਵਿਸਾਲੇ। ਦੁਨੀਆ ਦੇ ਜਿਤਨੇ ਗੁਣ ਨੇ, ਸਦ ਗੁਣ, ਸ੍ਰੇਸ਼ਟ ਗੁਣ, ਉਹਨਾਂ ਦੇ ਖਜ਼ਾਨੇ ਹੋਏ ਨੇ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਵੰਸ਼।
ਸਤਿਗੁਣਾਂ ਦੇ ਖਜ਼ਾਨੇ ਸਾਰੇ ਗੁਣ ਹੀ ਸਨ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਵੰਸ਼ ਵਿੱਚ। ਪੇ ਪ੍ਰਾਪਤ ਜੋ ਇਨ ਮਗ ਚਾਲੇ। ਔਰ ਖਾਲਸਾ ਜੀ ਜਿਹੜੇ ਇਹਨਾਂ ਦੇ ਦੱਸੇ ਰਾਹ ਤੇ ਚੱਲੇ ਉਹਨਾਂ ਨੂੰ ਵੀ ਉਹ ਸ਼ੁਭ ਗੁਣ ਤੇ ਸਤਿਗੁਣਾਂ ਦੀ ਪ੍ਰਾਪਤੀ ਹੋਈ। ਜਿਹੜੇ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਸ਼ਾਂ ਦੇ ਦੱਸੇ ਰਸਤੇ ਤੇ ਬਾਬਾ ਜੀ ਵੀ ਉਹੀ ਰਾਹ ਦੱਸਦੇ ਜਿਹੜਾ ਸਤਿਗੁਰਾਂ ਨੇ ਦੱਸਿਆ ਸੀ। ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਜਿਹੜੇ ਜਿਹੜੇ ਮਹਾਂਪੁਰਸ਼ਾਂ ਨੇ ਗੁਰ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਅੰਸ਼ ਵੰਸ਼ ਦੇ ਬਚਨ ਕਮਾਏ, ਖਾਲਸਾ ਜੀ ਉਹਨਾਂ ਨੂੰ ਸਤਿਗੁਣਾਂ ਦੀ ਸ੍ਰੇਸ਼ਟ ਗੁਣਾਂ ਦੀ ਪ੍ਰਾਪਤੀ ਹੋਈ। ਸ਼੍ਰੀ ਸਤਿਗੁਰ ਦਸਵੇਂ ਪਾਤਸ਼ਾਹੂ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਦਸਮ ਪਿਤਾ। ਗਮਨ ਕੀਨ ਜਬ ਸੱਚਖੰਡ ਮਾਓ। ਜਦੋਂ ਅਵਚਲ ਨਗਰ ਨਾਂਦੇੜ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੋਤੀ ਜੋਤ ਸਮਾਏ। ਪੰਥ ਖਾਲਸਾ ਉਤਪਤ ਕਰਕੇ। ਖਾਲਸਾ ਪੰਥ ਉਤਪਨ ਕਰਕੇ, ਪੰਥ ਦੀ ਉਤਪਤੀ ਕਰਕੇ, ਰਾਜ ਤੇਜ ਕੋ ਛਤਰ ਸੁਧਰ ਕੇ। ਆਪਣੇ ਪੰਥ ਨੂੰ ਰਾਜ ਤੇਜ ਦਾ ਛਤਰ ਪ੍ਰਦਾਨ ਕਰਕੇ, ਤੁਰਕ ਤੇਜ ਦ੍ਰਿੜ ਤਰੂ ਉਖਾਰਾ। ਮਲੇਛਾਂ ਦੀ ਰਾਜ ਭਾਗ ਦੀ ਜਿਹੜੀ ਜੜ ਸੀ ਉਹ ਮਹਾਰਾਜ ਜੀ ਨੇ ਮੁੱਢ ਤੋਂ ਹੀ ਪੁੱਟ ਦਿੱਤੀ। ਕਲਗੀਧਰ ਜੀ ਨੇ ਮਲੇਛਾਂ ਦੀ, ਮੁਗਲਾਂ ਦੀ ਰਾਜ ਭਾਗ ਦੀ ਜਿਹੜੀ ਜੜ ਸੀ ਮਹਾਰਾਜ ਜੀ ਨੇ ਪੁੱਟ ਦਿੱਤੀ। ਹਿੰਦੂ ਧਰਮ ਰਾਖਿਓ ਪ੍ਰਤਪਾਰਾ। ਔਰ ਹਿੰਦ ਧਰਮ ਦੀ ਰੱਖਿਆ ਕੀਤੀ, ਨਹੀਂ ਤਾਂ ਇਹ ਹਿੰਦੁਸਤਾਨ ਵਿੱਚ ਹਿੰਦੂ ਧਰਮ ਨਜ਼ਰ ਨਾ ਆਉਂਦਾ ਜੇ ਕਲਗੀਧਰ ਪਾਤਸ਼ਾਹ ਨਾ ਹੁੰਦੇ। ਨਾ ਕਹੋ ਅਬ ਕੀ, ਨਾ ਕਹੋ ਤਬ ਕੀ, ਬਾਤ ਕਹੂੰ ਮੈਂ ਜਬ ਕੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁन्नत ਹੋਤੀ ਸਭ ਕੀ। ਸਤਿ ਸ੍ਰੀ ਅਕਾਲ। ਕਲਗੀਧਰ ਪਾਤਸ਼ਾਹ ਨੇ ਇਹਨਾਂ ਦੀ ਰੱਖਿਆ ਕੀਤੀ। ਭਾਈ ਰਾਮ ਕੋਇਰ ਤਬ ਰਹੇ। ਖਾਲਸਾ ਜੀ ਜਦੋਂ ਕਲਗੀਧਰ ਸੱਚਖੰਡ ਗਏ, ਹਜੂਰ ਸਾਹਿਬ ਜਾ ਰਹੇ ਸਨ ਤੇ ਰਸਤੇ 'ਚ ਭਾਈ ਰਾਮ ਕੋਇਰ ਸਾਹਿਬ ਜੀ ਨੇ ਆਖਿਆ ਜੀ ਅਸੀਂ ਵੀ ਨਾਲ ਜਾਣਾ। ਮਹਾਰਾਜ ਜੀ ਨੇ ਆਖਿਆ ਤੁਸੀਂ ਵਾਪਸ ਜਾਓ। ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ। ਕਲਗੀਧਰ ਜੀ ਨੇ ਆਖਿਆ ਸ਼ਿਕਾਰ ਤੇ ਜਾਇਆ ਕਰੋ ਰੋਜ਼, ਜਦੋਂ ਸ਼ਿਕਾਰ ਖੇਡਿਆ ਕਰੋਗੇ ਉਦੋਂ ਤੁਹਾਨੂੰ ਸਾਡੇ ਪ੍ਰਤੱਖ ਦਰਸ਼ਨ ਹੋਇਆ ਕਰਨਗੇ। ਭਾਈ ਰਾਮ ਕੋਇਰ ਸਾਹਿਬ ਜੀ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਰਮਦਾਸ ਨਗਰ ਇਧਰ ਮਾਝੇ ਵਿੱਚ ਬਟਾਲੇ ਤੋਂ ਪਰੇ ਜਾਈਏ ਤੇ ਮਹਾਰਾਜ ਜੀ ਦਾ ਬਾਬਾ ਬੁੱਢਾ ਸਾਹਿਬ ਜੀ ਹੋਣਾ ਦਾ ਪਵਿੱਤਰ ਨਗਰ ਹੈ। ਬਾਬਾ ਜੀ ਨੇ ਵੀ ਸਰੀਰ ਉੱਥੇ ਤਿਆਗਿਆ ਹੈ ਰਮਦਾਸ। ਉੱਥੇ ਭਾਈ ਰਾਮ ਕੋਇਰ ਸਾਹਿਬ ਜੀ ਆ ਕੇ ਰਹਿਣ ਲੱਗ ਪਏ। ਰਾਮਦਾਸ ਕੇ ਗ੍ਰਾਮ ਜੋ ਲਹੇ। ਰਮਦਾਸ ਕੇ ਨਗਰ ਉਹਨੂੰ ਕਿਹਾ ਜਾਂਦਾ, ਰਮਦਾਸ ਕੇ। ਵੈਸੇ ਬਾਬਾ ਜੀ ਦਾ ਜਨਮ ਪਿੰਡ ਜਿਹੜਾ ਹੈ ਉਹ ਕੱਥੂ ਨੰਗਲ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕੱਥੂ ਨੰਗਲ ਹੋਇਆ। ਬਾਅਦ ਵਿੱਚ ਇੱਥੇ ਆ ਕੇ ਬਾਬਾ ਜੀ ਦਾ ਪਰਿਵਾਰ ਰਹਿਣ ਲੱਗ ਪਿਆ। ਇੱਥੇ ਹੀ ਬਾਬਾ ਬੁੱਢਾ ਸਾਹਿਬ ਜੀ ਸੱਚਖੰਡ ਗਏ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਦਿਆਂ। ਉੱਥੇ ਹੀ ਭਾਈ ਰਾਮ ਕੋਇਰ ਸਾਹਿਬ ਜੀ ਜਾ ਕੇ ਰਹੇ। ਤਹਾਂ ਬਿਰਾਜਿਤ ਦਿਵਸ ਬਿਤਾਏ। ਕਲਗੀਧਰ ਦੇ ਸੱਚਖੰਡ ਜਾਣ ਤੋਂ ਬਾਅਦ ਕਈ ਸਾਲ ਬਾਅਦ ਭਾਈ ਰਾਮ ਕੋਇਰ ਜੀ ਸੰਸਾਰ ਵਿੱਚ ਰਹੇ ਔਰ ਰਮਦਾਸ ਨਗਰ ਦੇ ਵਿੱਚ ਹੀ ਬਿਰਾਜਦਿਆਂ ਦਿਨ ਬਤੀਤ ਕੀਤੇ। ਕੀਤਕ ਸਿੰਘ ਤਿਨੋਂ ਟਿਗ ਆਏ। ਹੁਣ ਸਿੰਘ ਉਹਨਾਂ ਵੇਲਿਆਂ ਵਿੱਚ ਵਿਰਾਗੀ ਸੀ। ਵਿਰਾਗੀ ਕਿਵੇਂ ਹੋਏ? ਕਿਉਂਕਿ ਕਲਗੀਧਰ ਸੱਚਖੰਡ ਗਏ ਸਨ। ਸਿੰਘਾਂ ਨੂੰ ਕੋਈ ਹੌਸਲਾ ਨਹੀਂ ਸੀ ਮਿਲਦਾ, ਜਿਵੇਂ ਇੱਕਦਮ ਅਨਾਥ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਪਏ। ਜਿਹੜੇ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ, ਸਤਿਗੁਰਾਂ ਦੇ ਸੱਚਖੰਡ ਜਾਣ ਤੋਂ ਬਾਅਦ ਵਿਰਾਗ ਦੇ ਵਿੱਚ ਉਹ ਚਲਦੇ ਇੱਕ ਦਿਨ ਰਮਦਾਸ ਨਗਰ 'ਚ ਭਾਈ ਰਾਮ ਕੋਇਰ ਸਾਹਿਬ ਕੋਲ ਆਏ। ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਕਿ ਉਹ ਮਹਾਂਪੁਰਸ਼ ਨੇ ਜਿਨ੍ਹਾਂ ਨੇ ਕਲਗੀਧਰ ਜੀ ਨੂੰ ਤਿਲਕ ਦਿੱਤਾ ਗੁਰਿਆਈ ਦਾ। ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ ਨੇ, ਉਹਨਾਂ ਦੇ ਦਰਸ਼ਨ ਕਰੀਏ। ਏਦਾਂ ਬਹੁਤ ਸਾਰੇ ਸਿੰਘ ਇਕੱਠੇ ਹੋ ਕੇ ਉਹ ਰਮਦਾਸ ਨਗਰ ਭਾਈ ਰਾਮ ਕੋਇਰ ਸਾਹਿਬ ਜੀ ਦੇ ਕੋਲ ਆਏ। ਸਾਹਿਬ ਸਿੰਘ ਆਦਿਕ ਬੁੱਧੀਵਾਨ। ਬੜੇ ਬੜੇ ਬੁੱਧੀਮਾਨ ਸਿੰਘ ਸਨ, ਜਿਨ੍ਹਾਂ ਚੋਂ ਭਾਈ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਫਿਰ ਅੱਗੇ ਉਹ ਸੋ ਸਾਖੀ ਲਿਖੀ ਹੈ ਨਾ, ਜਿਹਦੇ ਤੋਂ ਅੱਗੇ ਇਤਿਹਾਸ ਲਿਖਿਆ ਗਿਆ ਸਾਰਾ ਗੁਰਪ੍ਰਤਾਪ ਦਾ, ਉਹ ਸਾਹਿਬ ਸਿੰਘ ਲਿਖਾਰੀ ਨੇ ਲਿਖੀ ਸੀ।
ਤੋ ਸਾਹਿਬ ਸਿੰਘ ਜੀ ਹੋਰ ਕੋਈ ਸਿੰਘ ਭਾਈ ਰਾਮ ਕੋਇਰ ਸਾਹਿਬ ਕੋਲ ਆਏ। ਜਿਨਕੇ ਸਤਿਗੁਰ ਪਦ ਕੋ ਧਿਆਨ। ਇਹ ਉਹ ਸਾਰੇ ਸਿੰਘ ਨੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਕਲਗੀਧਰ ਜੀ ਦੇ ਚਰਨ ਵਸਦੇ ਨੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਚਰਨ ਵਸਦੇ ਹਨ। ਕਥਾ ਗੁਰਨ ਕੀ ਸੁਨ ਬੇਚਾਹਤ। ਸਾਰਿਆਂ ਦੇ ਅੰਦਰ ਗੁਰੂ ਸਾਹਿਬ ਦੀ ਕਥਾ ਸੁਣਨ ਦੀ ਇੱਛਾ ਸੀ ਕਿ ਮਹਾਰਾਜ ਕਲਗੀਧਰ ਜੀ ਦੀ ਕਥਾ ਸੁਣੀਏ, ਗੁਰੂ ਅੰਗਦ ਸਾਹਿਬ ਦੀ ਕਥਾ ਸੁਣੀਏ। ਤੋ ਸਤਿਗੁਰਾਂ ਦੇ ਵੱਡਿਆਂ ਸਤਿਗੁਰਾਂ ਦੀ ਕਥਾ ਸੁਣਨ ਦੀ ਇੱਛਾ ਸੀ। ਸੁਨ ਸੁਨ ਗੁਣ ਕੋ ਹਿਰਦਾ ਉਮਾਹਤ। ਮਹਾਰਾਜ ਜੀ ਦੀ ਕਥਾ ਸੁਣ ਸੁਣ ਕੇ ਆਪਣੇ ਹਿਰਦੇ 'ਚ ਚਾਅ ਪੈਦਾ ਕਰਦੇ ਨੇ। ਸ਼੍ਰੀ ਗੁਰਬਖਸ਼ ਸਿੰਘ ਕੇ ਪਾਸ। ਬਾਬਾ ਗੁਰਬਖਸ਼ ਸਿੰਘ ਜੀ ਖਾਲਸਾ ਜੀ ਭਾਈ ਰਾਮ ਕੋਇਰ ਸਾਹਿਬ ਜੀ ਨੇ ਖੰਡੇ ਦੀ ਪੌਲ ਛਕ ਲਈ ਸੀ। ਖੰਡੇ ਦੀ ਪੌਲ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਬਾਬਾ ਗੁਰਬਖਸ਼ ਸਿੰਘ ਜੀ ਹੋਇਆ। ਪਹਿਲਾ ਨਾਮ ਭਾਈ ਰਾਮ ਕੋਇਰ ਪਰ ਪ੍ਰਸਿੱਧ ਰਾਮ ਕੋਇਰ ਹੀ ਰਿਹਾ, ਪਰ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਬਾਬਾ ਗੁਰਬਖਸ਼ ਸਿੰਘ ਜੀ ਕਰਕੇ ਪ੍ਰਗਟ ਹੋਇਆ। ਉਹਨਾਂ ਦੇ ਪਾਸ ਸਭ ਸਿੰਘਨ ਕੀ ਨਸਿ ਅਰਦਾਸ। ਸਾਰਿਆਂ ਸਿੰਘਾਂ ਨੇ ਅਰਦਾਸ ਕੀਤੀ, ਬੇਨਤੀ ਕੀਤੀ। ਮਹਿਦ ਪ੍ਰਸੰਗ ਗੁਰਨ ਕੇ ਜੇਤੇ। ਲੱਗੇ ਬਾਬਾ ਗੁਰਬਖਸ਼ ਸਿੰਘ ਜੀ ਭਾਈ ਰਾਮ ਕੋਇਰ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਜਿਹੜੇ ਵੱਡੇ ਪ੍ਰਸੰਗ ਹਨ, ਕਰੁਣਾ ਕਰੋ ਉਚਾਰੋ ਤੇਤੇ। ਕਿਰਪਾ ਕਰਕੇ ਸਾਨੂੰ ਸਤਿਗੁਰਾਂ ਦੀ ਕਥਾ ਸੁਣਾਵੋ, ਮਹਾਰਾਜ ਜੀ ਦੀ ਕਥਾ ਸੁਣਾਵੋ। ਸਭ ਸਿੱਖ ਸੰਗਤ ਸੁਨ ਬੇਚਾਹਤ। ਸਾਰੀ ਸਿੱਖ ਸੰਗਤ ਵੱਡਿਆਂ ਸਤਿਗੁਰਾਂ ਦੀ ਕਥਾ ਸੁਣਨਾ ਚਾਹੁੰਦੀ ਹੈ। ਸਤਿਗੁਰ ਗੁਣ ਕੋ ਮਹਾ ਉਮਾਹਤ। ਸਤਿਗੁਰੂ ਜੀ ਦੇ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾਣਾ ਚਾਹੁੰਦੇ ਨੇ ਸਿੱਖ ਕਥਾ ਸੁਣ ਕੇ। ਚੰਦਰ ਬਦਨ ਤੇ ਸੁਦਾ ਸਮਾਨਾ। ਆਪ ਜੀ ਦੇ ਮੁਖ ਮੰਡਲ ਦੇ ਰੂਪੀ ਚੰਦਰਮਾ ਰੂਪੀ ਮੁਖ ਤੋਂ ਅੰਮ੍ਰਿਤ ਰੂਪੀ ਕਥਾ ਝਰੇਗੀ। ਪ੍ਰਗਟ ਕਰੋ ਪੀਵੇਂ ਪੁੱਟ ਕਾਨਾ। ਇਹ ਭਾਈ ਰਾਮ ਕੋਇਰ ਸਾਹਿਬ ਜਦੋਂ ਆਪਣੇ ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਰੂਪੀ ਕਥਾ ਸੁਣਾਵੋਗੇ ਤੇ ਗੁਰੂ ਕੇ ਸਿੱਖ ਆਪਣੇ ਕੰਨਾਂ ਰੂਪੀ ਡੋਨਿਆਂ ਨਾਲ ਕਥਾ ਭਰ ਭਰ ਕੇ ਪੀਵਣਗੇ। ਜਿਵੇਂ ਡੋਨੇ ਹੁੰਦੇ, ਕਹਿੰਦੇ ਕੰਨਾਂ ਨੂੰ ਡੋਨੇ ਬਣਾ ਕੇ ਗੁਰੂ ਸਾਹਿਬ ਜੀ ਦੀ ਇਸ ਅੰਮ੍ਰਿਤਮਈ ਕਥਾ ਨੂੰ ਗੁਰਸਿੱਖ ਸਰਵਣ ਕਰਨਗੇ। ਆਪਾਂ ਹੁਣ ਸਾਰੇ ਸਰਵਣ ਕਰ ਰਹੇ ਹਾਂ। ਭਾਈ ਰਾਮ ਕੋਇਰ ਸਾਹਿਬ ਦਾ ਪਰਉਪਕਾਰ ਹੈ, ਉਹਦਾ ਸੁਣਾਈ ਕਥਾ, ਉਹਦੇ ਤੋਂ ਹੀ ਅੱਗੇ ਅਨੁਵਾਦ ਕੀਤਾ ਮਹਾਕਵੀ ਸੰਤੋਖ ਸਿੰਘ ਜੀ ਨੇ ਇਸ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦਾ। ਹਾਂਜੀ। ਕਮਲ ਬਦਨ ਮਕਰੰਦ ਬਚਨ ਹੈ। ਆਪ ਜੀ ਦੇ ਕਮਲ ਜੈਸੇ ਮੁਖ ਮੰਡਲ ਤੋਂ ਇਹ ਜਿਹੜੀ ਕਥਾ ਕਹੀ ਜਾਵੇਗੀ ਭਾਈ ਰਾਮ ਕੋਇਰ ਜੀ, ਇਹ ਜਿਵੇਂ ਕਮਲ ਦੇ ਫੁੱਲ ਉੱਤੇ ਮਕਰੰਦ ਹੁੰਦਾ ਨਾ, ਪਰਾਗ, ਇਹ ਪਰਾਗ ਦੇ ਸਮਾਨ ਹੋਵੇਗੀ। ਮਦਪ ਸਿੰਘ ਅਬਿਲਾਖਤ ਮਨ ਹੈ। ਔਰ ਸਿੰਘ ਭੌਰੇ ਬਣ ਕੇ ਉਸ ਕਥਾ ਦੇ ਭਵਰੇ ਬਣ ਕੇ ਉਹਦੇ ਤੇ ਮੰਡਰਾਉਣਗੇ। ਜਿਵੇਂ ਭਵਰੇ ਕਮਲ ਦੇ ਫੁੱਲ ਤੇ ਮੰਡਰਾਉਂਦੇ ਆ, ਏਦਾਂ ਗੁਰੂ ਕੇ ਸਿੱਖ ਸਤਿਗੁਰਾਂ ਦੀ ਕਥਾ ਨੂੰ ਭਵਰੇ ਬਣ ਕੇ ਰਸ ਮਾਣਨਗੇ। ਭਾਈ ਰਾਮ ਕੋਇਰ ਸੁਨ ਸ਼ਰੋਨ। ਜਦੋਂ ਭਾਈ ਰਾਮ ਕੋਇਰ ਸਾਹਿਬ ਜੀ ਨੇ ਸਿੰਘਾਂ ਦੀ ਇਹ ਬੇਨਤੀ ਸੁਣੀ, ਕਯੋ ਚੈਤ ਗੁਰ ਗਨ ਸੁਖ ਪਾਉਨ। ਮਨ 'ਚ ਇੱਛਾ ਹੋਈ ਗੁਰੂ ਸਾਹਿਬ ਦੀ ਕਥਾ ਕਹੀਏ। ਭਾਈ ਰਾਮ ਕੋਇਰ ਸਾਹਿਬ ਮਨ 'ਚ ਸੰਕਲਪ ਹੋਇਆ ਗੁਰੂ ਪਾਤਸ਼ਾਹ ਜੀ ਦੀ ਕਥਾ ਕਹੀਏ। ਇਹ ਪ੍ਰਸੰਗ ਸੁਨ ਸ਼ਰੋਤਾ ਸਾਰੇ। ਖਾਲਸਾ ਜੀ ਇਹ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਰੋਜ਼ ਲਿਖਦੇ ਸੀ। ਕੈਂਥਲ ਦੀ ਧਰਤੀ ਤੇ ਉਹਨਾਂ ਦੀ ਹਵੇਲੀ ਹੈ। ਉੱਥੇ ਲਿਖਣ ਤੋਂ ਬਾਅਦ ਲਾਗੇ ਮਹਾਰਾਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਹੈ, ਗੁਰਦੁਆਰਾ ਮੰਜੀ ਸਾਹਿਬ। ਉੱਥੇ ਸ਼ਾਮ ਨੂੰ ਮਹਾਕਵੀ ਜੀ ਰੋਜ਼ ਇਹ ਕਥਾ ਕਰਦੇ ਸੀ। ਜਿੰਨੀ ਲਿਖ ਲੈਣੀ, ਜਾ ਕੇ ਫਿਰ ਉਹ ਕਥਾ ਸੁਣਾਣੀ ਸੰਗਤ ਨੂੰ। ਤੇ ਜਦੋਂ ਸੰਗਤ ਨੇ ਕਥਾ ਸੁਣੀ ਨਾ ਭਾਈ ਸਾਹਿਬ ਤੋਂ, ਤੇ ਜਿਹੜੇ ਸੁਣਨ ਵਾਲੇ ਸਨ ਸਰੋਤੇ, ਉਹ ਮਹਾਕਵੀ ਜੀ ਨੂੰ ਪੁੱਛਣ ਲੱਗੇ। ਮਿਲ ਸੰਤੋਖ ਸਿੰਘ ਨਿਕਟੇ ਉਚਾਰੇ। ਭਾਈ ਸੰਤੋਖ ਸਿੰਘ ਜੀ ਨੂੰ ਆ ਕੇ ਕਹਿਣ ਲੱਗੇ, ਰਾਮ ਕੋਇਰ ਕੀ ਪੂਰਬ ਕਥਾ। ਕਹਿਣ ਲੱਗੇ ਮਹਾਕਵੀ ਜੀ, ਜਿਸ ਮਹਾਂਪੁਰਸ਼ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਭਾਈ ਰਾਮ ਕੋਇਰ ਸਾਹਿਬ ਦਾ, ਵੀ ਏਦਾਂ ਕਰੋ ਵੀ ਭਾਈ ਰਾਮ ਕੋਇਰ ਸਾਹਿਬ ਜੀ ਦੀ ਜੋ ਕਥਾ ਹੈ ਹਮੇ ਸੁਣਾਵੋ ਹੋਈ ਜਥਾ। ਪਹਿਲਾਂ ਸਾਨੂੰ ਭਾਈ ਰਾਮ ਕੋਇਰ ਜੀ ਬਾਰੇ ਜਾਣਕਾਰੀ ਦਿਓ, ਉਹਨਾਂ ਦੀ ਕਥਾ ਸੁਣਾਓ। ਉਸ ਤੋਂ ਬਾਅਦ ਫਿਰ ਅੱਗੀ ਆਪ ਦੀ ਕਥਾ ਜੋ ਗੁਰੂ ਅੰਗਦ ਸਾਹਿਬ ਦੀ ਆਰੰਭ ਕਰਨੀ ਉਹ ਫਿਰ ਕਰਿਓ। ਵੀ ਜਿਹੜੇ ਮਹਾਂਪੁਰਸ਼ ਨੇ ਕਥਾ ਸੁਣਾਈ ਭਾਈ ਰਾਮ ਕੋਇਰ ਸਾਹਿਬ ਨੇ,
ਪਹਿਲਾਂ ਸਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਦਿਓ। ਕਿਮ ਗੁਰ ਨਿਕਟ ਰਹੇ ਸੁਖ ਪਾਏ। ਭਾਈ ਰਾਮ ਕੋਇਰ ਸਾਹਿਬ ਕਿਵੇਂ ਸਤਿਗੁਰਾਂ ਦੇ ਸੰਗੀ ਰਹੇ, ਕਿਵੇਂ ਉਹਨਾਂ ਨੇ ਕਲਗੀਧਰ ਜੀ ਦੀ ਸੇਵਾ ਟਹਿਲ ਕੀਤੀ। ਭੇ ਗੁਰ ਬਖਸ਼ ਸਿੰਘ ਕਿਸ ਪਾਏ। ਰਾਮ ਕੋਇਰ ਤੋਂ ਭਾਈ ਗੁਰਬਖਸ਼ ਸਿੰਘ ਜੀ ਕਿਵੇਂ ਬਣੇ? ਫਿਰ ਨਾਮ ਬਾਅਦ ਵਿੱਚ ਗੁਰਬਖਸ਼ ਸਿੰਘ ਹੋਇਆ, ਉਹ ਰਾਮ ਕੋਇਰ ਤੋਂ ਗੁਰਬਖਸ਼ ਸਿੰਘ ਜੀ ਕਿਵੇਂ ਹੋਏ? ਕਹੋ ਚਰਿਤ੍ਰ ਪ੍ਰਥਮ ਇਨ ਕੇਰਾ। ਆਪ ਜੀ ਪਹਿਲਾਂ ਸਾਨੂੰ ਭਾਈ ਰਾਮ ਕੋਇਰ ਸਾਹਿਬ ਜੀ ਦਾ ਚਰਿੱਤਰ, ਉਹਨਾਂ ਦਾ ਜੀਵਨ ਵਰਣਨ ਕਰਕੇ ਸੁਣਾਓ। ਪੁਨ ਉਚਰੋ ਇਤਿਹਾਸ ਵਡੇਰਾ। ਫਿਰ ਉਹਨਾਂ ਦਾ ਇਤਿਹਾਸ, ਫਿਰ ਅੱਗੇ ਸਤਿਗੁਰਾਂ ਦਾ ਜਿਹੜਾ ਇਤਿਹਾਸ ਹੈ ਉਹ ਸਾਨੂੰ ਸਰਵਣ ਕਰਾਓ। ਕਵ ਇਨ ਸੁਨ ਸ਼ਰੋਤਨ ਤੇ ਬਾਣੀ। ਮਾਂ ਕਵੀ ਜੀ ਕਹਿੰਦੇ ਜਦੋਂ ਕਥਾ ਸੁਣਨ ਵਾਲੇ ਸਰੋਤਿਆਂ ਨੇ ਮੈਨੂੰ ਇਹ ਕਿਹਾ ਵੀ ਭਾਈ ਰਾਮ ਕੋਇਰ ਜੀ ਬਾਰੇ ਸਾਨੂੰ ਪਹਿਲਾਂ ਜਾਣਕਾਰੀ ਦਿਓ, ਕਹਿੰਦੇ ਸਰੋਤਿਆਂ ਦੀ ਇਹ ਗੱਲ ਸੁਣ ਕੇ ਰਾਮ ਕੋਇਰ ਕੀ ਕਥਾ ਬਖਾਨੀ। ਕਹਿੰਦੇ ਫਿਰ ਮੈਂ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਦੇ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਹਨਾਂ ਦੀ ਕੁਝ ਕੁ ਕਥਾ ਜਿਹੜੀ ਮਿਲਦੀ ਹੈ ਉਹ ਕਹੀ। ਕੁਛ ਕ ਚਰਿਤ੍ਰ ਕਹੋ ਤਿਨ ਕੇਰਾ। ਇਹ ਸਰੋਤਾ ਜਨੋ, ਭਾਈ ਰਾਮ ਕੋਇਰ ਸਾਹਿਬ ਜੀ ਦੀ ਕੁਝ ਕੁ ਕਥਾ, 2-3 ਪ੍ਰਸੰਗ ਅੱਗੇ ਹੋਣਗੇ। ਕਹਿੰਦੇ ਕੁਝ ਕੁ ਕਥਾ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਦੀ ਪਠਤ ਸੁਨਤ ਸੁਖ ਦੇਤ ਕਨੇਰਾ। ਉਹ ਮੈਂ ਕਵਾਂਗਾ ਅੱਗੇ ਆਉਣ ਵਾਲੀ ਕਥਾ ਵਿੱਚ, ਪ੍ਰਸੰਗਾਂ ਵਿੱਚ ਭਾਈ ਰਾਮ ਕੋਇਰ ਸਾਹਿਬ ਦੇ ਕੁਝ ਪ੍ਰਸੰਗ ਸੁਣਾਵਾਂਗੇ ਤੁਹਾਨੂੰ। ਕਹਿੰਦੇ ਜਿਸ ਨੂੰ ਪੜ੍ਹ ਕੇ ਸੁਣ ਕੇ ਸੁਖ ਪ੍ਰਾਪਤ ਹੁੰਦਾ ਹੈ, ਆਤਮਿਕ ਸੁਖ ਦੀ ਖੇਡ ਪ੍ਰਾਪਤ ਹੁੰਦੀ ਹੈ। ਐਸੀ ਕਥਾ ਭਾਈ ਰਾਮ ਕੋਇਰ ਸਾਹਿਬ ਜੀ ਦੀ। ਮਨ ਵਾਂਛਿਤ ਫਲ ਪ੍ਰਾਪਤ ਹੋਵੇ। ਐਸੀ ਕਥਾ ਹੈ ਜਿਸ ਨੂੰ ਸੁਣ ਕੇ ਮਨ ਵਾਂਛਿਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ, ਮਨ ਚਿਤਵੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਐਸੀ ਕਥਾ ਹੈ ਜਦੋਂ ਇਹਨੂੰ ਕੋਈ ਸੁਣੇ। ਸੰਚਿਤ ਪਾਪ ਸਬਨ ਕੋ ਖੋਵੇ। ਖਾਲਸਾ ਜੀ 3 ਪ੍ਰਕਾਰ ਦੇ ਪਾਪ ਹੁੰਦੇ, ਇੱਕ ਸੰਚਿਤ ਕਰਮ ਹੁੰਦੇ, ਸੰਚਿਤ ਪਾਪ। ਕਹਿੰਦੇ ਜਦੋਂ ਕੋਈ ਇਸ ਕਥਾ ਨੂੰ ਸੁਣੇਗਾ ਉਹਦੇ ਜਿੰਨੇ ਜਮ੍ਹਾਂ ਕੀਤੇ ਪਾਪ ਨੇ ਜਨਮਾਂ ਜਨਮਾਂ ਦੇ, ਇਸ ਕਥਾ ਨੂੰ ਸੁਣ ਕੇ ਸਾਰੇ ਹੀ ਨਸ਼ਟ ਹੋ ਕੇ ਸੜ ਕੇ ਸੁਆਹ ਹੋ ਜਾਣਗੇ। ਇਸ ਕਥਾ ਨੂੰ ਸੁਣ ਕੇ ਉਹਨਾਂ ਦੇ ਸਾਰੇ ਪਾਪ ਨਸ਼ਟ ਹੋ ਜਾਣਗੇ, ਸੜ ਕੇ ਸੁਆਹ ਹੋ ਜਾਣਗੇ। ਬਿਮਲ ਮਤੀ ਹੋਏ ਲਏ ਸੁਖ ਧਾਮ। ਉਹਨਾਂ ਦੇ ਮਤ ਬਿਮਲ ਹੋ ਜਾਏਗੀ, ਮਲ ਤੋਂ ਰਹਿਤ ਹੋ ਜਾਏਗੀ, ਹਿਰਦਾ ਸ਼ੁੱਧ ਹੋ ਜਾਵੇਗਾ। ਕਿਉਂਕਿ ਜਿਨ੍ਹਾਂ ਦੇ ਹਿਰਦੇ ਸ਼ੁੱਧ ਨੇ ਨਾ ਉਹੀ ਬ੍ਰਹਮ ਨੂੰ ਖੋਜਦੇ ਹੈ। ਜਾ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੈਂ ਲੇ। ਸਤਿਗੁਰਾਂ ਦੀ ਬਾਣੀ ਵਿੱਚ ਵੀ ਉਸ ਬ੍ਰਹਮ ਨੂੰ ਉਹੀ ਲੱਭਦੇ ਨੇ ਜਿਨ੍ਹਾਂ ਦੇ ਹਿਰਦੇ ਸ਼ੁੱਧ ਹੁੰਦੇ ਹਨ। ਇਸ ਕਥਾ ਨੂੰ ਸਰਵਣ ਕੀਤਿਆਂ ਹਿਰਦਾ ਸ਼ੁੱਧ ਹੋ ਜਾਂਦਾ ਹੈ, ਮਤ ਬਿਮਲ ਹੋ ਜਾਂਦੀ ਹੈ ਔਰ ਸੁਖ ਦੇ ਘਰ ਦੀ ਪ੍ਰਾਪਤੀ ਹੁੰਦੀ ਹੈ। ਲਿਵ ਲਾਗੇ ਸਿਮਰਨ ਸਤਨਾਮ। ਔਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ, ਸੁਰਤ ਜੁੜ ਜਾਂਦੀ ਹੈ ਸਮਰਤਮਈ ਕਥਾ ਨੂੰ ਸੁਣ ਕੇ। ਦੋਹਰਾ ਹਸਤਾ ਮਲਕ ਸਮਾਨੇ ਉਰ ਜਿਨ ਕੇ ਦ੍ਰਿੜ ਬ੍ਰਹਮ ਗਿਆਨ। ਖਾਲਸਾ ਜੀ ਜਿਵੇਂ ਹੱਥ ਦੀ ਤਲੀ ਤੇ ਇਦਾਂ ਆਵਲਾ ਰੱਖਿਆ ਹੋਵੇ ਜਾਂ ਬੇਰ ਰੱਖਿਆ ਹੋਵੇ ਜਾਂ ਫਲ ਕੋਈ ਵੀ ਰੱਖਿਆ ਤਲੀ ਤੇ, ਸਾਹਮਣੇ ਦਿਸਦਾ, ਕੋਈ ਛੁਪਿਆ ਤਾਂ ਨਹੀਂ ਹੁੰਦਾ, ਉਹ ਅੱਖਾਂ ਦੇ ਸਾਹਮਣੇ ਹੁੰਦਾ ਨਾ। ਜਿਵੇਂ ਹੱਥ ਤੇ ਧਰਿਆ ਔਲਾ ਸਾਹਮਣੇ ਦਿਸਦਾ ਹੈ, ਏਦਾਂ ਬਾਬਾ ਬੁੱਢਾ ਸਾਹਿਬ ਤੇ ਭਾਈ ਰਾਮ ਕੋਇਰ ਸਾਹਿਬ ਜੈਸੇ ਮਹਾਂਪੁਰਸ਼, ਉਹਨਾਂ ਅੰਦਰ ਬ੍ਰਹਮ ਗਿਆਨ ਇਉਂ ਪ੍ਰਗਟ ਸੀ ਜਿਵੇਂ ਹੱਥ ਦੀ ਤਲੀ ਤੇ ਔਲਾ ਸਾਹਮਣੇ ਦਿਸਦਾ ਹੈ। ਏਦਾਂ ਉਹਨਾਂ ਨੂੰ ਬ੍ਰਹਮ ਸਾਖਸ਼ਾਤਕਾਰ ਸੀ। ਬ੍ਰਹਮ ਦੇ ਸਰੂਪ ਨੂੰ ਤਿਨਾਂ ਨੇ ਇਸ ਪ੍ਰਕਾਰ ਨਾਲ ਜਾਣਿਆ ਹੋਇਆ ਸੀ। ਐਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਸ਼੍ਰੀ ਬੁੱਢਾ ਸਾਹਿਬ ਪਏ ਨਮੋ ਬੰਦ ਕਰ ਪਾਨ। ਐਸੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੇ ਚਰਨਾਂ ਤੇ ਮੈਂ ਬੰਦਨਾ ਕਰਦਾ ਹਾਂ, ਨਮਸਕਾਰ ਕਰਦਾ। ਬਾਬਾ ਬੁੱਢਾ ਸਾਹਿਬ ਅੱਗੇ ਉਹਨਾਂ ਦੀ ਉਪਮਾ ਹੋ ਰਹੀ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਵੰਸਾਵਲੀ ਨਾਮਾ ਜਿਹੜਾ ਹੈ ਉਹ ਕੁਝ ਕੁ ਸੰਖੇਪ ਰੂਪ ਚ ਵਰਣਨ ਹੋ ਰਿਹਾ ਹੈ, ਉਹ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। 15 ਅਗਸਤ 1947 ਨੂੰ ਜਿਹੜੀ ਆਜ਼ਾਦੀ ਕਹਿੰਦੇ ਮਿਲੀ ਇਸ ਦੇਸ਼ ਨੂੰ,
ਉਧਰ 14 ਅਗਸਤ ਨੂੰ ਪਾਕਿਸਤਾਨ ਆਜ਼ਾਦ ਹੋਇਆ ਔਰ ਪੰਜਾਬ ਦੀ ਵੰਡ ਹੋਈ। ਹਿੰਦੁਸਤਾਨ ਦੀ ਵੰਡ ਨਹੀਂ, ਪੰਜਾਬ ਵੰਡਿਆ ਗਿਆ। ਔਰ ਉਸ ਪੰਜਾਬ ਦੀ ਵੰਡ ਦੇ ਦੌਰਾਨ ਤਕਰੀਬਨ 10 ਲੱਖ ਤੋਂ ਵੱਧ ਸਾਡੇ ਪੰਜਾਬ ਦੇ ਖਿੱਤੇ ਨਾਲ ਜੁੜੇ ਲੋਕਾਂ ਦੀਆਂ ਮੌਤਾਂ ਹੋਈਆਂ, ਸ਼ਹੀਦੀਆਂ ਹੋਈਆਂ। ਉਹਨਾਂ ਸਮੂਹ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ। ਸ਼ਹੀਦ ਹੀ ਕਹੀ ਜਾਣਗੇ ਕਿਉਂਕਿ ਧਰਮ ਦੇ ਨਾਂ ਤੇ, ਜਾਤੀ ਦੇ ਨਾਂ ਦੇ ਉੱਤੇ ਫਿਰਕਾ ਪ੍ਰਸਤੀ ਦੀ ਅੱਗ ਦੇ ਵਿੱਚ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਹਨ। ਔਰ ਹਮਲਾਵਰ ਚੜ ਚੜ ਕੇ ਆਏ। ਸਾਡੇ ਬਜ਼ੁਰਗ ਦੱਸਦੇ ਹੁੰਦੇ, ਸਾਡੇ ਬਜ਼ੁਰਗ ਇੱਧਰੋਂ ਪਾਕਿਸਤਾਨ ਚੋਂ ਹੀ ਆਏ, ਕਿ ਕਿਹੋ ਜਿਹੀ ਤਰਾਸਦੀ ਦਾ ਆਲਮ ਸੀ ਕਿ ਨਦੀਆਂ ਤਲਾਬ ਖੂਨ ਨਾਲ ਭਰ ਗਏ ਸਨ, ਪੀਣ ਨੂੰ ਪਾਣੀ ਨਹੀਂ ਸੀ ਮਿਲਦਾ। ਜਿਹੜੇ ਤਲਾਬ ਸਨ ਉਹਨਾਂ 'ਚ ਜ਼ਹਿਰ ਪਾ ਦਿੱਤਾ ਗਿਆ ਵੀ ਜਾ ਕੇ ਜਦੋਂ ਪਾਣੀ ਪੀਣਗੇ ਤੇ ਪੀ ਕੇ ਹੀ ਮਰ ਜਾਣ। ਇਹੋ ਜਿਹਾ ਵਰਤਾਰਾ ਪੰਜਾਬ ਦੀ ਧਰਤੀ ਤੇ ਵਰਤਿਆ। ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਬੇਅੰਤ ਧਾਮ ਸਾਡੇ ਤੋਂ ਵਿਛੜੇ। 10 ਲੱਖ ਦੇ ਨੇੜੇ ਤੇੜੇ ਮੈਂਬਰ ਸ਼ਹੀਦੀਆਂ ਪ੍ਰਾਪਤ ਕਰ ਗਏ। ਉਹਨਾਂ ਸਮੂਹ ਸ਼ਹੀਦਾਂ ਨੂੰ ਚੇਤੇ ਕਰਦਿਆਂ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਐਲਾਨ ਕੀਤਾ, ਹੁਕਮਨਾਮਾ ਜਾਰੀ ਕੀਤਾ ਕਿ ਜਿੱਥੇ ਜਿੱਥੇ ਵੀ ਗੁਰੂ ਕੀਆਂ ਸੰਗਤਾਂ ਨੇ ਉਹ ਰੋਜ਼ਾਨਾ 10 ਮਿੰਟ ਉਹਨਾਂ ਸਮੂਹ ਸ਼ਹੀਦਾਂ ਨੂੰ ਚੇਤੇ ਕਰਦਿਆਂ ਗੁਰਮੰਤਰ, ਮੂਲ ਮੰਤਰ ਦਾ ਜਾਪ ਕਰਨ। 16 ਅਗਸਤ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਔਰ ਅਕਾਲ ਤਖਤ ਸਾਹਿਬ ਤੇ ਵੀ ਉਹਨਾਂ ਸਮੂਹ ਸ਼ਹੀਦਾਂ ਨੂੰ ਜਿਹੜੇ ਆਪਣੀਆਂ ਜਾਨਾਂ ਗਵਾ ਗਏ ਉਹਨਾਂ ਵੇਲਿਆਂ 'ਚ ਚੇਤੇ ਕਰਦਿਆਂ ਅਰਦਾਸ ਸਮਾਗਮ ਹੋਵੇਗਾ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵੀ 16 ਤਰੀਕ ਨੂੰ ਸਵੇਰੇ 10 ਵਜੇ ਅਰਦਾਸ ਸਮਾਗਮ ਹੋਵੇਗਾ। ਆਪ ਜੀ ਨੇ ਉਹਨਾਂ ਅਰਦਾਸ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕਰਨੀ ਹੈ। ਔਰ 13 ਅਗਸਤ ਨੂੰ ਸਵੇਰੇ ਤਕਰੀਬਨ 10 ਵਜੇ ਜੋ ਬੰਦੀ ਸਿੰਘ ਹਨ, ਉਹਨਾਂ ਬੰਦੀ ਸਿੰਘਾਂ ਦੀ ਆਜ਼ਾਦੀ ਵਾਸਤੇ ਸਮੁੱਚੇ ਸਿੰਘਾਂ ਵੱਲੋਂ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਉਹ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਮੈਮੋਰੰਡਮ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। 13 ਤਰੀਕ ਨੂੰ ਮੈਮੋਰੰਡਮ ਦੇਣ ਵਾਸਤੇ, ਬੰਦੀ ਸਿੰਘਾਂ ਦੀ ਆਜ਼ਾਦੀ ਵਾਸਤੇ ਮੈਮੋਰੰਡਮ ਦੇਣ ਵਾਸਤੇ ਡੀਸੀ ਦੇ ਦਫ਼ਤਰ ਜਾਣਾ ਹੈ। ਤੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ 13 ਤਰੀਕ ਨੂੰ ਵੀ ਆਪ ਜੀ ਨੇ ਸੁਬਾਹ 10 ਵਜੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹਾਜ਼ਰੀਆਂ ਭਰਨੀਆਂ। ਆਓ ਉਹਨਾਂ ਸਮੂਹ ਸ਼ਹੀਦਾਂ ਨੂੰ ਚੇਤੇ ਕਰਦਿਆਂ ਸਤਿਗੁਰਾਂ ਦੇ ਪਾਵਨ ਗੁਰਮੰਤਰ ਦਾ ਜਾਪ ਜਪੀਏ। ਸਤਿਨਾਮ ਵਾਹਿਗੁਰੂ, 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 ਸਤਿਨਾਮ